ਕੁਰੰਗ ਕੁੰਗਰੇਯੰ ਤੁਲੰਗ ਨੇਵਰੇਯੰ ਕੁਰੰਗ ਕੁੰਗਰੇਯੰ ਹਾਂ ਇਉਂ ਲੱਗਦਾ ਹੈ ਕੁਰੰਗ ਕੁੰਗਰੇਯੰ ਕੋਰਾਂ ਪੈ ਰਹੀਆਂ ਨੇ, ਕੋਰਾਂ ਦੀ ਆਵਾਜ਼ ਸੁਣ ਦੇਖੋ, ਘੰਟੇ ਜਗ੍ਹਾ ਗੁਰੂ ਦੀ ਕੋਰ ਦੀ ਗੱਲ ਆ ਗਈ। ਕੋਰ ਪੈ ਰਹੀ ਹੈ, ਇਉਂ ਲੱਗਦਾ ਬਹੁਤ ਸਾਰੇ ਘੁੰਗਰੂ ਵੱਜਦੇ ਨੇ। ਕਿਹਾ ਤਾਂ ਕੁਝ ਹੋਰ ਸੀ, ਅਰਥ ਲਾ ਲੈ ਕੁਝ ਹੋਰ ਉਹਨਾਂ ਨੇ। ਕੁਰੰਗ ਹੁਣ ਕੁੰਗਰੇਯੰ ਜਿਹੜਾ ਸੁਣ ਰਿਹਾ ਉਹ ਆਪ ਦੱਸ ਰਿਹਾ, ਉਹਨਾਂ ਦਾ ਅੰਦਾਜ਼ੇ ਨੇ। ਮੈਨੂੰ ਤਾਂ ਇਉਂ ਲੱਗਦਾ ਵੀ ਬਹੁਤ ਸਾਰੇ ਘੁੰਗਰੂ ਵੱਜਦੇ ਨੇ, ਉਹਨਾਂ ਦੀ ਆਵਾਜ਼ ਹੈ। ਘੰਟਿਆਂ ਦੀ ਆਵਾਜ਼ ਲੱਗਦੀ, ਹੁਣ ਘੁੰਗਰੂਆਂ ਦੀ ਲੱਗਣ ਲੱਗੀ ਆਵਾਜ਼। ਹੁਣ ਘੰਟੇ ਬਹੁਤ ਸਾਰੇ ਵੱਜਣ ਦੀ ਆਵਾਜ਼ ਸੀ ਨਾ, ਹੁਣ ਐਂ ਲੱਗਦਾ ਵੀ ਇਹ ਘੁੰਗਰੂਆਂ ਦੀ ਆਵਾਜ਼ ਹੈ। ਕਿਹੜਾ ਦਿੰਦੇ ਨੇ, ਸੁਣਦੇ ਹੀ ਨੇ ਨਾ। ਚਮਕਾਰ ਵੱਜੇ। ਹਾਂ ਤੁਲੰਗ ਨੇਵਰੇਯੰ ਕਦੇ ਕਦੇ ਐਂ ਲੱਗਦਾ ਵੀ ਜਿਹੜੀ ਝਾਂਜਰਾਂ ਹੁੰਦੀਆਂ ਪਹਿਲਾਂ ਝੁੱਲਣ ਦੀ ਆਵਾਜ਼ ਹੈ। ਨੇਵਰੇਯੰ ਲੇਬਰ ਝਾਂਜਰ ਨੂੰ ਕਹਿੰਦੇ ਨੇ। ਉਹ ਵੀ ਘੁੰਗਰੂ ਹੁੰਦੇ ਨੇ, ਛੋਟੇ ਹੁੰਦੇ ਨੇ ਘੁੰਗਰੂ, ਤਾਂ ਉਹ ਵੀ ਹੁੰਦੇ ਨੇ। ਉਹਦੇ ਲੱਕ ਨੂੰ ਘੁੰਗਰੂ ਬੰਨੀ ਫਿਰਦੇ ਹੁੰਦੇ ਸ਼ਿਵ ਜੀ ਦੇ, ਉਹ ਤਾਂ ਹੀ ਬੰਨੀ ਫਿਰਦੇ ਨੇ ਘੁੰਗਰੂ। ਕਾਲ ਹੈ ਨਾ ਸ਼ਿਵ ਜੀ, ਇਹ ਕਾਲ ਦਾ ਰੂਪ ਹੈ, ਕਾਲ ਦੀ ਆਵਾਜ਼ ਹੈ ਘੁੰਗਰੂ ਦੀ। ਇਹ ਮਹਾਕਾਲ ਦੀਆਂ ਆਵਾਜ਼ਾਂ ਨੇ। ਇਹ ਮਹਾਨਾਦ ਨਾਦੰ ਸੁਰੰਗ ਨਿਰਵਿਖਾਦੰ ਮਹਾਨਾਦ ਨਾਦਮ, ਇਹੀ ਮਹਾਨਾਦ ਹੈ। ਇਸੇ ਨੂੰ ਮਹਾਨਾਦ ਕਿਹਾ ਹੋਇਆ, ਸੁਰਮ ਨਿਰਵਿਖਾਦਮ। ਪਰ ਇਹ ਗੱਲ ਜ਼ਰੂਰ ਹੈ, ਇਹ ਜਿਹੜੀ ਸੁਰ ਹੈ ਨਾ ਇਹਦੇ ਵਿੱਚ ਸਾਰਿਆਂ ਦੀ ਇੱਕ ਸੁਰ 'ਚ ਵੱਜਦੇ ਨੇ। ਆਪਾਂ ਵਿਰੋਧੀ ਗੱਲ ਕੋਈ ਨਹੀਂ ਉਹ 'ਚ। ਅਸਲ 'ਚ ਕੀ ਹੈ ਹੁਣ ਗੱਲ, ਇਹ ਹੈ ਕੀ ਗੱਲ ਕੀ ਹੈ? ਹੁਕਮ ਕਿੱਥੋਂ ਪੈਦਾ ਹੋਇਆ? ਹੁਕਮ ਜਿੰਨੇ ਵੀ ਬੈਠੇ ਨੇ ਸੱਚਖੰਡ ਸਾਰਿਆਂ ਦੇ ਅੰਦਰੋਂ ਹੁਕਮ ਪੈਦਾ ਹੋਇਆ। ਕਦੇ ਤਾਂ ਉਹਨਾਂ ਦੀ ਆਵਾਜ਼ ਐ ਲੱਗਦੀ ਹੈ ਵੀ ਘੁੰਗਰੂ ਨੇ, ਘਣੰ ਘੰਟ ਵਾਜੇ ਕਦੇ ਘੰਟ ਵਾਜੇ ਦੀ ਲੱਗਦੀ ਹੈ। ਪਰ ਸੁਰ ਉਹਨਾਂ ਦੀ ਇੱਕ ਸੁਰ 'ਚ ਬੋਲ ਰਹੇ ਨੇ। ਆਪਾਂ ਵਿਰੋਧੀ ਗੱਲ ਨਹੀਂ ਹੈ ਕਿਸੇ ਦੀ। ਮਹਾਨਾਦ ਨਾਦੰ ਸੁਰੰਗ ਨਿਰਵਿਖਾਦੰ ਸੁਰ ਇੱਕ 'ਚ ਬੋਲ ਰਹੇ ਨੇ ਸਾਰੇ ਹੀ। ਇਹ ਸੱਚਖੰਡ ਦੇ ਜੋ ਹੋ ਰਿਹਾ ਨਾ ਸੰਗਤ, ਉਹਦਾ ਕੀਰਤਨ ਹੈ। ਇਹ ਉਹਦਾ ਹੁਕਮ ਹੈ, ਕੀਰਤਨ ਹੈ ਉਹਦਾ। ਉਹ ਆਪਣਾ ਕੀਰਤਨ ਕਰ ਰਹੇ ਨੇ, ਉਹਦੇ ਨਾਲ ਹੀ ਸਭ ਕੁਝ ਚੱਲ ਰਿਹਾ। ਨਿਰਵਿਖਾਦੰ ਨਿਰਵਿਖਾਦੰ ਹੈ, ਵਿਖਾਦ ਨਹੀਂ ਹੈ ਉਹਦਾ। ਆਪਾ ਵਿਰੋਧੀ ਗੱਲ ਨਹੀਂ ਹੈ। ਇਸ ਕਰਕੇ ਗੁਰਬਾਣੀ 'ਚ ਕੋਈ ਆਪਾ ਵਿਰੋਧੀ ਗੱਲ ਨਹੀਂ। ਜੋ ਸੱਚਖੰਡ ਦੇ ਵਿੱਚ ਆਪਾ ਵਿਰੋਧੀ ਗੱਲ ਨਹੀਂ ਕੋਈ। ਸਾਰੇ ਇੱਕ ਸੁਰ 'ਚ ਬੋਲ ਰਹੇ ਨੇ। ਇੱਕੋ ਇੱਛਾ ਹੈ ਸਾਰਿਆਂ ਦੇ ਅੰਦਰ, ਇੱਛਾ ਇੱਕੋ ਹੀ ਇੱਛਾ। ਅਸਲ 'ਚ ਨਾ ਕੋਈ ਸੁਰ ਹੈ ਨਾ ਕੋਈ ਆਵਾਜ਼ ਹੈ। ਉਹਨਾਂ ਦੇ ਅੰਦਰ ਜਿਹੜੀ ਇੱਛਾ ਪੈਦਾ ਹੋ ਰਹੀ ਹੈ ਉਹੀ ਹੈ। ਇੱਛਾ ਹੀ ਅਨੁਭਵ ਹੋ ਰਹੀ ਹੈ। ਸ੍ਰਿੰਗਮਾਲ ਰਾਜਮ, ਸ਼ਿਵ ਜੀ ਦੇ ਗਲ 'ਚ ਸਿਰਾਂ ਦੀ ਮਾਲਾ ਹੁੰਦੀ ਹੈ। ਇਹ ਵੀ ਅਸਲ ਦੇ ਵਿੱਚ ਕਾਲ ਜੀ ਦੀ ਉਸਤਤ ਹੈ। ਅਸਲ ਦੇ ਵਿੱਚ ਕਾਲ ਹੁਕਮ ਹੈ, ਸ਼ਿਵ ਕਾਲ ਨਹੀਂ ਹੈ। ਸੀ ਤਾਂ ਸ਼ਿਵ ਕਾਲ ਹੈ, ਪਰ ਉਹ ਸ਼ਿਵ ਨਿਰਾਕਾਰ ਸੀ ਜਿਹਦੀ ਸ਼ਕਤੀ ਹੈ। ਸ਼ਿਵ ਸ਼ਕਤੀ ਆਪ ਹੋ ਪਾਏ ਕੇ ਕਰਤਾ ਆਪੇ ਹੁਕਮ। ਜਿਹੜਾ ਹਾਕਮ ਉਹਦਾ ਨਾਮ ਸ਼ਿਵ ਹੈ, ਉਹ ਨਿਰਾਕਾਰ ਹੁੰਦਾ। ਉਹਨਾਂ ਨੇ ਉਹ ਸ਼ਿਵ ਭਗਤਾਂ ਨੂੰ, ਬੰਦੇ ਨੂੰ ਸ਼ਿਵ ਬਣਾ ਲਿਆ। ਉਹਨੇ ਕੀ ਕੀਤਾ? ਉਹਨੇ ਗਲਾਂ ਦੇ ਵਿੱਚ ਸਿਰਾਂ ਦੀ ਮਾਲਾ ਪਾਈ ਹੋਈ। ਕਹਿਣ ਦਾ ਮਤਲਬ ਹੈ ਵੀ ਬੰਦੇ ਮੇਰੇ ਜਿਵੇਂ ਮੈਂ ਚਲਾਉਣਾ ਉਵੇਂ ਚੱਲਦੇ ਨੇ, ਮੇਰੀ ਮੰਨਦੇ ਨੇ। ਸਿਰੰਗ ਮਹਾਲ ਰਾਜਨ ਲਖੇ ਰੁਦਰ ਲਾਜਨ ਸਿਰੰਗ ਮਹਾਲ ਰਾਜਨ ਲਖੇ ਰੁਦਰ ਲਾਜਨ। ਸਿਰਾਂ ਦੀ ਮਾਲਾ ਗਲ ਦੇ ਵਿੱਚ ਹੈ, ਜਿਹਨੂੰ ਦੇਖ ਕੇ ਸ਼ਿਵ ਜੀ ਸ਼ਰਮਸ਼ਾਰ ਹੋ ਰਿਹਾ। ਇਹ ਸ਼ਿਵ ਜੀ ਦੇ ਗਲ ਦੇ ਵਿੱਚ ਮਾਲਾ ਪਾਉਂਦੇ ਨੇ ਸਿਰਾਂ ਦੀ। ਅਸਲ ਦੇ ਵਿੱਚ ਇਹ ਗੱਲ ਨਹੀਂ ਸੀ। ਇਹ ਉਹੀ ਗੱਲ ਹੈ ਵੀ ਨਿਰਾਕਾਰ ਚੀਜ਼ ਨੂੰ ਆਕਾਰ ਦੇ ਵਿੱਚ ਦਿਖਾ ਦੇਣਾ। ਜਿਵੇਂ ਅਸੀਂ ਗਿਆਨ ਖੜਗ ਨੂੰ ਵੀ ਲੋਹੇ ਦੀ ਤਲਵਾਰ ਦਿਖਾਤਾ, ਛੇਵੇਂ ਪਾਤਸ਼ਾਹ ਦੇ 2 ਤਲਵਾਰਾਂ ਦਿਖਾਤੀਆਂ ਪਾਈਆਂ ਹੋਈਆਂ। ਉਹ ਪੀਰੀ ਦੀ ਤਲਵਾਰ ਲੋਹੇ ਦੀ ਨਹੀਂ ਹੁੰਦੀ, ਗਿਆਨ ਖੜਗ ਹੁੰਦੀ ਹੈ।
ਇਹ ਭਗਤਾਂ ਕੋਲ ਗਿਆਨ ਖੜਗ ਹੁੰਦੀ ਆ। ਗਿਆਨ ਖੜਗ ਆਪੇ ਹੁੰਦੇ ਨੇ। ਕਹੋ ਗਿਆਨ ਖੜਗ ਦੀ ਤਾਂ ਗੱਲ ਚੱਲਦੀ ਹੈ ਸਾਰੀ। ਉਹ ਜਿਹੜੀ ਭਗਤੀ ਹੈ ਉਹ ਗਿਆਨ ਖੜਗ ਹੈ। ਭਗਤੀ ਆਪਣੇ ਆਪ ਜੇ ਗਿਆਨ ਖੜਗ ਹੈ। ਭਗਤੀ ਦਾ ਨਾਮ ਹੀ ਭਗਉਤੀ ਹੈ। ਭਗਤੀ ਜਦ ਕੰਮ ਕਰਦੀ ਹੈ ਉਹ ਭਗਉਤੀ ਬਣ ਜਾਂਦੀ ਹੈ। ਚਰਚਾ ਕਰਦੀ ਹੈ ਗਿਆਨ ਚਰਚਾ। ਜਦੋਂ ਪਖੰਡਵਾਦ ਨੂੰ ਕੱਢਦੀ ਹੈ ਤਾਂ ਭਗਉਤੀ ਹੈ। ਜਾਂ ਕੀਤੀ ਜਾਂਦੀ ਹੈ ਤਾਂ ਭਗਤੀ ਹੈ, ਜਾਂ ਵਰਤੀ ਜਾਂਦੀ ਹੈ ਤਾਂ ਭਗਉਤੀ ਹੈ। ਜਦ ਤੱਕ ਭਗਤੀ ਕੀਤੀ ਜਾਂਦੀ ਹੈ, ਕੋਈ ਕਰਦਾ ਭਗਤੀ ਹੈ, ਫਿਰ ਜਦ ਉਹਨੂੰ ਕਿਸੇ ਤੇ ਵਰਤਦਾ ਹੈ, ਮੈਦਾਨ 'ਚ ਉਹਦੇ ਨਾਲ ਚਰਚਾ ਕਰਦਾ ਦੂਜੀਆਂ ਮੱਤਾਂ ਨਾਲ, ਫਿਰ ਉਹ ਭਗਉਤੀ ਬਣ ਜਾਂਦੀ ਹੈ। ਉਹੀ ਚੀਜ਼ ਫਿਰ ਉਹਦਾ ਨਾਮ ਭਗਉਤੀ ਹੈ। ਗਿਆਨ ਚਰਚਾ ਵੇਲੇ ਭਗਉਤੀ ਹੈ। ਜਦੋਂ ਸਿੱਖਿਆ ਲੈ ਰਹੇ ਹਾਂ, ਗੁਰੂ ਕੀ ਮੱਤ ਲੈ ਰਹੇ ਹਾਂ, ਫਿਰ ਭਗਤੀ ਹੈ। ਗੁਰੂ ਕੀ ਮੱਤ ਲੈਣਾ ਭਗਤੀ ਹੈ। ਰਾਹ ਗੁਰੂ ਕੀ ਮੱਤ ਨੂੰ ਫਿਰ ਇਸਤੇਮਾਲ ਕਰਨਾ, ਦੂਜਿਆਂ ਦੇ ਭਰਮ ਨੂੰ ਕੱਟਣਾ, ਫਿਰ ਭਗਉਤੀ ਹੈ। ਉਹਨਾਂ ਨੂੰ ਦਿਖਾਤਾ ਲੋਹੇ ਦੀ ਤਲਵਾਰ। ਲੋਹੇ ਦੀ ਤਾਂ ਹੁੰਦੀ ਨਹੀਂ, ਦੋ ਦਿਖਾਤੀਆਂ ਤਲਵਾਰ। ਕਿਉਂਕਿ ਦਿਖਾਉਂਦੇ ਕਿਵੇਂ? ਇਹ ਗਲਤੀ ਹੋ ਗਈ, ਪ੍ਰਚਾਰੀ ਗਈ, ਹੁਣ ਉਹ ਵੀ ਕਹੀ ਜਾਂਦਾ ਨੇ ਸਰਵਣ ਤੇ ਮੈਲਨਕਾਰਾ। ਜੇ ਫਿਰ ਗੁਰੂ ਨਾਨਕ ਨੂੰ ਕਿਵੇਂ ਤੁਸੀਂ ਕਹਿ ਦੋਗੇ ਪੀਰ ਹੈ? ਪੀਰੀ ਦੀ ਤਲਵਾਰ ਤਾਂ ਉਹਦੇ ਕੋਲ ਹੈ ਨਹੀਂ। ਅਸਲ 'ਚ ਪੀਰੀ ਦੀ ਤਲਵਾਰ ਵਰਤੀ ਗੁਰੂ ਨਾਨਕ ਨੇ ਪਹਿਲਾਂ ਸਭ ਤੋਂ। ਭਗਤਾਂ ਨੇ ਵੀ ਵਰਤੀ ਹੈ ਜਿਸ ਤਰੀਕੇ ਨਾਲ ਗੁਰੂ ਨਾਨਕ ਨੇ ਵਰਤੀ ਹੈ। ਮੱਕੇ ਤੱਕ ਸਾਰੇ ਫਿਰ ਕੇ ਇਸ ਤਰੀਕੇ ਨਾਲ ਪਹਿਲਾਂ ਕਿਸੇ ਨੇ ਨਹੀਂ ਵਰਤੀ। ਹਾਂ, ਚੱਕਰਵਰਤੀ ਰਾਜਿਆਂ ਨੇ ਵਰਤੀ ਹੈ ਉਹਨੂੰ। ਉਹ ਰਾਜੇ ਸੀ, ਉਹ ਵਰਤਦੇ ਰਹੇ ਨੇ। ਚਾਰੇ ਕੁੰਟਾਂ ਦੇ ਵਿੱਚ ਫਿਰੇ, ਚਾਰੋਂ ਦਾਸੀਆਂ ਨੇ। ਚੱਕਰਵਰਤੀ ਦਾ ਮਤਲਬ ਸਾਰੇ ਚਾਰਾਂ ਕੁੰਟਾਂ ਦੇ ਵਿੱਚ ਗਾਹ ਪਾ ਦੇਣਾ ਜਾ ਕੇ। ਜਿਹੜਾ ਵੀ ਕੋਈ ਹੈ ਗਿਆਨ ਚਰਚਾ ਖਤਰਾ ਉਹ ਮੈਦਾਨ 'ਚ, ਬਲਕਿ ਉਹਨਾਂ ਦੇ ਘਰ ਜਾਣਾ। ਉਹਨਾਂ ਕੋਲ ਤਾਂ ਇਹ ਗਿਆਨ ਖੜਗੇ ਸੀ। ਇਹ ਗਿਆਨ ਖੜਗ ਨੂੰ ਅਸੀਂ ਜਿਵੇਂ ਗਲਤੀ ਕਰ ਲਈ, ਇਹ ਗਲਤੀਆਂ ਉਹਨਾਂ ਦੇ ਹੋਈਆਂ ਨੇ। ਉਹ ਗਲਤੀਆਂ ਦਾ ਸੁਧਾਰ ਹੋ ਰਿਹਾ। ਸਾਡੇ ਵੀ ਆਦ ਦੇ ਅਰਥ ਗਲਤ ਹੋਏ ਨੇ, ਸਾਰੇ ਸਿੱਖ ਇਤਿਹਾਸ ਗਲਤ ਹੋਇਆ ਹੈ। ਇਹ ਵੀ ਘੱਟ ਅਕਲ ਵਾਲਿਆਂ ਨੇ, ਮੂਰਖਾਂ ਨੇ ਅਸਲੀ ਸਿੱਖ ਜਿਹੜੇ ਸੀ ਖਾਲਸਾ ਸ਼ਹੀਦ ਕਰਤਾ। ਗਲਤ ਪ੍ਰਚਾਰ ਜਾਣਬੁੱਝ ਕੇ ਵੀ ਕਰਤਾ, ਕਰਾਤਾ। ਉਹ ਗਲਤ ਪ੍ਰਚਾਰ ਜਿਹੜਾ ਜਾਣਬੁੱਝ ਕੇ ਕਰਾਇਆ ਹੋਇਆ ਉਹੀ ਸਾਡੇ ਕੋਲ ਹੈ ਅੱਜ। ਅੱਜ ਤਾਂ ਅਸੀਂ ਠੀਕ ਕਰ ਰਹੇ ਹਾਂ ਉਹਨੂੰ। ਗੁਰਬਾਣੀ ਤੋਂ ਸੇਧ ਲੈ ਕੇ, ਗੁਰਬਾਣੀ ਨੂੰ ਸਮਝ ਕੇ ਠੀਕ ਕਰ ਰਹੇ ਹਾਂ ਵੀ ਗੱਲ ਕੁਝ ਹੋਰ ਹੈ, ਅਸੀਂ ਕੁਝ ਹੋਰ ਕਰੀ ਜਾਂਦੇ। ਸਹੀ ਗੁਰਬਾਣੀ ਦੀ ਦਿਸ਼ਾ ਨਾਲ ਸਿੱਖੀ ਜਿਹੜੀ ਹੈ, ਸਿੱਖੀ ਤਾਂ ਗੁਰਬਾਣੀ ਹੈ ਨਾ। ਗੁਰਬਾਣੀ ਦੱਸੋ ਸਿੱਖੀ ਕੀ ਹੈ? ਉਹਦੀ ਸਾਨੂੰ ਸਮਝ ਨਹੀਂ। ਸਿੱਖੀ ਦੀ ਸਮਝ ਕਿਵੇਂ ਆ ਗਈ? ਸਿੱਖੀ ਦੀ ਸਮਝ ਤਾਂ ਗੁਰਬਾਣੀ ਦੀ ਸਮਝ ਹੀ ਸਿੱਖੀ ਹੈ। ਜੇ ਇਹਨੂੰ ਠੀਕ ਸਮਝ ਲਾਂਗੇ, ਗੱਡੀ ਲਈ ਤੇ ਆ ਜੂਗੀ। ਫਿਰ ਇਹਦੇ ਅਨੁਸਾਰ ਜੀਵਨ ਜਿਵਾਂਗੇ, ਇਹਦੇ ਅਨੁਸਾਰ ਪ੍ਰਚਾਰ ਹੋਊਗਾ ਜੋ ਗੁਰਮਤਿ ਕਹਿੰਦੀ ਹੈ। ਹੁਣ ਤਾਂ ਗੁਰਮਤਿ ਅਨੁਸਾਰ ਪ੍ਰਚਾਰ ਹੀ ਨਹੀਂ ਹੋ ਰਿਹਾ। ਐਵੇਂ ਇਹਨਾਂ ਤੇ ਹੋ ਗਿਆ ਸੀ। ਇਹ ਹੋਏ ਜਾਂਦਾ ਹੁੰਦਾ। ਇਹ ਮੱਤ ਇੰਨੀ ਬਰੀਕ ਹੈ, ਬਹੁਤ ਇੰਟੈਲੀਜੈਂਟ ਆਦਮੀ ਦੇ ਪ੍ਰਚਾਰਨ ਵਾਲੀ ਮੱਤ ਹੈ। ਹਰੇਕ ਕੋਈ ਇਹਨੂੰ ਪ੍ਰਚਾਰੇ। ਇਹ ਗਲਤ ਜਦੋਂ ਸਾਰੇ ਪ੍ਰਚਾਰ ਲੱਗ ਜਾਣ, ਜਦੇ ਗਲਤ ਹੋ ਜਾਂਦੀ ਹੈ। ਜੋ ਸਾਰਿਆਂ ਨੂੰ ਛੂਟ ਦੇ ਦੀ ਪ੍ਰਚਾਰ ਦੀ ਨਾ, ਇਹਨੂੰ ਬਸ ਸਮਝੋ ਖਤਮ। ਏਦਾਂ ਨਹੀਂ ਪ੍ਰਚਾਰੀ ਜਾ ਸਕਦੀ ਜਿਵੇਂ ਦੂਜੀਆਂ ਮੱਤਾਂ ਪ੍ਰਚਾਰੀਆਂ ਜਾਂਦੀਆਂ ਨੇ। ਇਸੇ ਕਰਕੇ ਖਾਸ ਆਦਮੀ ਨੂੰ ਹੀ ਗੁਰਿਆਈ ਦਿੱਤੀ ਜਾਂਦੀ ਸੀ, ਜ਼ਿੰਮੇਵਾਰੀ। ਇਹ ਕਹੂਗਾ, ਦੂਜੇ ਨਹੀਂ ਬੋਲ ਸਕਦੇ। ਦੂਜੇ ਸੁਣਨਗੇ ਸਾਰੇ। ਦੂਜੇ ਤਾਂ ਕੋਈ ਕੁਛ ਕਹਿ ਦੂ, ਕੋਈ ਕੁਛ ਕਹਿ ਦੂ। ਅਜੇ ਹੁਣ ਕਹਿ ਰਹੇ ਨੇ ਰਾਮ ਘਜੋਲਾ ਪੈ ਜੂ। ਰਾਮ ਘਜੋਲਾ ਪਾਇਆ ਪਿਆ। ਹੁਣ ਰਾਮ ਰੌਲਾ ਪਾਤਾ। ਗੁਰਮਤਿ ਦੀ ਹੈਗਾ ਰਾਮ ਰੌਲਾ ਪਿਆ ਹੋਇਆ। ਰਾਮ ਦਾ ਹੀ ਨਹੀਂ ਪਤਾ ਕੀ ਹੈ। ਉਹ ਕਹਿੰਦੇ ਨੇ ਸਾਡਾ ਰਾਮ 7000 ਵਾਰ ਆਇਆ ਹੋਇਆ। ਇਹ ਕਹਿੰਦੇ ਨੇ ਸਾਡਾ ਰਾਮ ਹੈ ਹੋਰ ਹੈ, ਤੁਹਾਡੇ ਵਾਲਾ ਰਾਮ ਹੈ ਨਹੀਂ। ਪੈ ਗਿਆ ਨਾ ਰਾਮ ਰੌਲਾ। ਇਹ ਰਾਮ ਰੌਲਾ ਹੀ ਕਹਿੰਦੇ ਨੇ। ਰਾਮ ਦਾ ਰਾਮ ਰੌਲੇ 'ਚ ਪੈ ਗਿਆ ਨਾ। ਉਹ ਕਹਿੰਦੇ ਰਾਮ ਹੋਰ ਹੈ, ਉਹ ਕਹਿੰਦੇ ਰਾਮ ਹੋਰ ਹੈ। ਰੌਲਾ ਪੈ ਗਿਆ ਰਾਮ ਦਾ।
ਅਸਲੀ ਰਾਮ ਕੀ ਹੈ, ਨਕਲੀ ਕੀ ਹੈ? ਸਾਡਾ ਤਾਂ ਸਭੇ ਘੱਟ ਰਾਮ ਬੋਲੇ। ਸਿਰਿੰਗ ਮਾਲ ਰਾਜੰ ਲਖੇ ਲੁਦਰ ਕਿਵੇਂ ਲਾਜੰ। ਉਹਨਾਂ ਨੇ ਸਿਰਾਂ ਦੀ ਮਾਲਾ ਦਿਖਾਤੀ ਸ਼ਿਵ ਜੀ ਦੇ ਗਲ 'ਚ? ਅਸਲ ਦੇ ਵਿੱਚ ਇਹ ਗੱਲ ਨਹੀਂ ਹੈ। ਆਦਮੀ ਦਾ ਸਰੀਰ ਦਿਮਾਗ ਤੋਂ ਕੰਮ ਕਰਦਾ, ਦਿਮਾਗ ਦੇ ਅਧੀਨ। ਜਿਹੜਾ ਸਰੀਰ ਨੂੰ ਦਿਮਾਗ, ਜਿਹੜਾ ਦਿਮਾਗ ਨੂੰ ਚਲਾਉਂਦਾ ਹੈ, ਉਹ ਚਲਾਉਂਦੀ ਹੈ ਜੋਤ। ਉਹ ਹੈ ਹੁਕਮ ਦੇ ਅਧੀਨ। ਹੁਕਮ ਨੇ ਉਹਦੇ ਨੱਥ ਪਾਈ ਹੋਈ ਹੈ। ਇਸ ਤਰੀਕੇ ਨਾਲ ਸਿਰੰਗਮਾਲ ਹੈ। ਸਾਰਿਆਂ ਦੀਆਂ ਖੋਪੜੀਆਂ ਉਹਦੀ ਮਾਲਾ 'ਚ ਪਰੋਈਆਂ ਹੋਈਆਂ ਨੇ, ਹੁਕਮ ਦੀ ਮਾਲਾ 'ਚ ਪਰੋਈਆਂ ਹੋਈਆਂ ਨੇ। ਹੁਕਮ ਅਧੀਨ ਕੰਮ ਕਰਦੀਆਂ ਨੇ। ਸਿਰਿੰਗ ਮਾਲ ਰਾਜੰ। ਆਹੋ, ਸਿਰੰਗਮਾਲ ਰਾਜਨ ਦਾ ਮਤਲਬ ਇਹ ਹੈ ਸਾਰੇ ਦਿਮਾਗ ਉਹਦੇ ਕੋਲ ਕੰਟਰੋਲ 'ਚ ਸਾਰੇ ਦਿਮਾਗ ਉਹਦੇ ਕੰਟਰੋਲ 'ਚ ਨੇ। ਐਵੇਂ ਸਾਨੂੰ ਲੱਗਦੇ ਨੇ ਵੀ ਆਪਣਾ ਦਿਮਾਗ ਆਪਣਾ ਹੈ ਹੀ ਨਹੀਂ ਕੁਝ। ਸਰੀਰ ਹੈ ਨਹੀਂ ਆਪਣਾ, ਆਪਣਾ ਦਿਮਾਗ ਕਿਵੇਂ? ਸਰੀਰ ਹੈ ਨਹੀਂ ਆਪਣਾ, ਦਿਮਾਗ ਆਪਣਾ ਕਿਵੇਂ ਹੋ ਗਿਆ? ਸਿਰੰਗਮਾਲ ਰਾਜਮ, ਲਖੇ ਸਾਰੇ ਸਿਰ ਉਹਦੀ ਮਾਲਾ ਨੇ, ਔਰ ਸਾਰੇ ਸਿਰਾਂ ਤੇ ਉਹ ਰਾਜ ਕਰਦਾ। ਸਾਰੇ ਸਿਰਾਂ ਦੇ ਉੱਤੇ ਦਿਮਾਗ ਤੇ ਉਹਦਾ ਹੀ ਰਾਜ ਹੈ। ਸਿਰ ਸ਼ਾਹ ਪਾਤਸ਼ਾਹ। ਸਿਰ ਸ਼ਾਹਬਾਜ਼ ਹੈ। ਲਖੇ ਰੁਦਰ ਲਾਜੰ। ਇਹ ਦੇਖ ਕੇ ਵੀ ਸਾਰੇ ਬਸ ਵਿੱਚ ਤਾਂ ਪਰਮੇਸ਼ਰ ਦੇ ਨੇ। ਰੁਦਰ ਨੂੰ ਸ਼ਰਮ ਆ ਗਈ ਵੀ ਮੈਂ ਤਾਂ ਐਵੇਂ ਖੋਪੜੀਆਂ ਇਕੱਠੀਆਂ ਕਰਕੇ ਮੁਰਦਿਆਂ ਦੀਆਂ ਪਾਈ ਫਿਰਦਾ ਗਲ 'ਚ। ਉਹ ਖੋਪੜੀਆਂ ਨਾਲ ਤੇਰੇ ਕਹਿਣੇ 'ਚ ਹੋ ਜਾਣਗੀਆਂ। ਉਹਦਾ ਜਾਇ ਗਧੇ ਦੇ ਗਲ 'ਚ ਪਾ ਦੇ, ਉਹਦਾ ਕੀ ਹੈ? ਉਹ ਮਰੇ ਹੋਏ ਆਦਮੀ ਦੀ ਖੋਪੜੀ ਤਾਂ ਕੁਝ ਕਰਦੀ ਨਹੀਂ ਹੁੰਦੀ, ਉਹ ਸੋਚਦੀ ਹੁੰਦੀ ਹੈ। ਉਹਦਾ ਪਾਉਣ ਦਾ ਕੀ ਫਾਇਦਾ? ਰੀਸ ਕਰ ਲਈ, ਰੀਸ। ਇਹਨੂੰ ਕਹਿੰਦੇ ਵੱਡਿਆਂ ਸੋ ਕਿਆ ਰੀਸ। ਵੱਡੇ ਦੀ ਰੀਸ ਕਰ ਲਈ ਨਾ। ਵੱਡੇ ਦੀ ਵਡਿਆਈ ਨਹੀਂ ਕੀਤੀ, ਵੱਡੇ ਦੀ ਰੀਸ ਕਰ ਲਈ। ਇਹ ਵੱਡੇ ਦੀ ਰੀਸ ਕਰਦੇ ਨੇ ਜਿਹੜੇ ਉਹ ਏਦਾਂ ਹੀ ਕਰਦੇ ਹੁੰਦੇ ਨੇ। ਜਦੋਂ ਉਹਨੂੰ ਸਮਝ ਆਈ ਫਿਰ ਸ਼ਰਮ ਆਈ। ਲਖੇ ਰੁਦਰ ਲਾਜੰ। ਫਿਰ ਸ਼ਿਵ ਜੀ ਨੂੰ ਸ਼ਰਮ ਆਈ ਬਈ ਮੈਂ ਤਾਂ ਬਈ ਗਲਤ ਕੰਮ ਕਰ ਲਿਆ। ਦੂਜੇ ਪਾਸੇ ਉਹ ਕਹਿ ਰਹੇ ਨੇ ਕਰ ਕੀ ਰਿਹਾ? ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਉਹ ਬ੍ਰਹਮ ਗਿਆਨੀ ਨੂੰ ਖੋਜਦਾ ਫਿਰਦਾ। ਬ੍ਰਹਮ ਗਿਆਨੀ ਨੇ ਦੱਸਿਆ ਨਾ ਜਾਦਵ ਨੂੰ, ਮਹੇਸ਼ਰ ਨੂੰ, ਵੀ ਆਹ ਗੱਲ ਹੈ। ਤੂੰ ਕਹਿੰਦੇ ਖੋਪੜੀਆਂ ਪਾਈ ਫਿਰਦਾ। ਫੇਰ ਆਈ ਸ਼ਰਮ। ਉਹਨੂੰ ਤਾਂ ਪਤਾ ਨਹੀਂ ਸੀਗਾ। ਖੋਜਦਾ ਫਿਰਦਾ ਬ੍ਰਹਮ ਗਿਆਨੀ ਨੂੰ। ਬ੍ਰਹਮ ਗਿਆਨੀ ਗਿਆ ਬੜ ਸ਼ਿਵ ਜੀ ਨੂੰ, ਜਾਂ ਸ਼ਿਵ ਜੀ ਨੂੰ ਗੱਲ ਸਮਝਾਈ ਵੀ ਇਹ ਕੀ ਗੱਲ ਸੀ ਖੋਪੜੀਆਂ ਦੀ। ਫਿਰ ਉਹਨੂੰ ਸ਼ਰਮ ਆਈ। ਲਖੇ ਦਾ ਮਤਲਬ ਹੈ ਜਾਂ ਸਮਝ ਆ ਗਈ ਉਹਨੂੰ। ਜਾਂ ਸ਼ਿਵ ਜੀ ਨੂੰ ਸਮਝਾਇਆ ਵੀ ਆਹ ਗੱਲ ਸੀ, ਇਹ ਤੂੰ ਕਾਹਦੇ ਪਾਈ ਫਿਰਦਾ ਹੈ? ਹੱਡੀਆਂ ਨਹੀਂ ਗਲ 'ਚ ਪਾਈ ਦੀਆਂ ਹੁੰਦੀਆਂ ਇਹ ਤਾਂ। ਫਿਰ ਉਹਨੂੰ ਸ਼ਰਮ ਆਈ। ਲਗਾ ਰੁਦਰ ਲਾਜੰ। ਜੇ ਰੁਦਰ ਨੂੰ ਸਮਝਾ ਦਈਏ ਫਿਰ ਸ਼ਰਮ ਆਉਂਦੀ ਹੈ ਉਹਨੂੰ। ਸਮਝ ਬੇਸਮਝ ਨੂੰ ਜਿੰਨਾ ਚਿਰ ਸਮਝ ਨਹੀਂ ਉਹਨਾਂ ਚਿਰ ਤਾਂ ਸ਼ਰਮ ਆਉਣੀ ਨਹੀਂ। ਹਾਂ। ਸੁਭੰ ਚਾਰ ਚਿਤਰੰ। ਸੁਭੰ ਚਾਰ ਚਿਤਰੰ ਪਰਮ ਪਵਿੱਤਰੰ। ਪਰਮ ਪਵਿੱਤਰੰ। ਸੁਭਾਇਮਾਨ ਨੇ ਆਚਰਣ ਚਾਰ ਕੀ? ਆਚਰਣ ਚਾਰ ਹੁੰਦਾ ਆਚਰਣ। ਆਪਾਂ ਕਹਿੰਦਾ ਕੋਈ ਚਾਰਾ ਨਹੀਂ, ਕੋਈ ਵਾਹ ਨਹੀਂ ਚੱਲਦੀ। ਜਿਹੜੀ ਉਹਦਾ ਹੁਕਮ ਹੈ ਨਾ, ਇਹੀ ਉਹਦਾ ਆਚਰਣ ਹੈ। ਜਿਹੜਾ ਉਹਦਾ ਹੁਕਮ ਹੈ ਇਸੇ ਦੇ ਵਿੱਚ ਉਹਦਾ ਸਾਰਾ, ਇਹੀ ਤਾਂ ਉਹਦਾ ਹੁਕਮ ਹੀ ਤਾਂ ਉਹਦਾ ਕੰਮ ਕਰਦਾ। ਜੋ ਕਰਦਾ ਹੁਕਮ ਨਾਲੇ ਕਰਦਾ ਨਾ, ਜੋ ਕਰਦੇ ਆ ਉਹੀ ਆਚਰਣ ਹੁੰਦਾ। ਸੁਭੰ ਚਾਰ ਚਿਤਰੰ। ਉਹਦੇ ਹੁਕਮ ਦਾ ਜਦ ਚਿੱਤਰ ਦੇਖਿਆ ਨਾ, ਸਾਹਮਣੇ ਨਕਸ਼ਾ ਦੇਖਿਆ ਵੀ ਕੀ ਕਰਦਾ, ਕਿਵੇਂ ਖੋਪੜੀਆਂ ਨੇ ਉਹਦੇ ਗਲ 'ਚ, ਬਸ ਐ ਉਹ ਸੁਭਾਇਮਾਨ ਹੈ। ਇਹ ਜਿਹਾ ਹੁੰਦਾ ਖੋਪੜੀਆਂ ਗਲ 'ਚ ਵਾਲਾ, ਉਹ ਨਹੀਂ ਹੁੰਦਾ। ਸੁਭਾਇਮਾਨ ਹੈ ਆਚਰਣ ਉਹਦੇ ਆਚਰਣ ਦਾ ਨਕਸ਼ਾ ਇਹ ਦਿਖਾਇਆ ਜਿਹੜਾ ਖੋਪੜੀਆਂ ਗਲ 'ਚ ਨੇ ਦਿਖਾਇਆ ਦਾ ਨਕਸ਼ਾ ਸੀ। ਉਹਨੇ ਸੱਚੀ ਮੁੱਚੀ ਖੋਪੜੀਆਂ ਗਲ 'ਚ ਪਾ ਲਈਆਂ। ਉਹ ਤਾਂ ਨਕਸ਼ਾ ਦੱਸਿਆ ਸੀ ਉਹਨੂੰ ਵੀ ਭਾਈ ਸਾਰਿਆਂ ਦੇ ਸਿਰ ਉਹਦੇ ਵਸ ਵਿੱਚ ਨੇ, ਉਹਦੇ ਮਾਲ ਦੇ ਬਣ ਕੇ ਪਰੋਏ ਹੋਏ ਨੇ।
ਉਹਦੇ ਹੁਕਮ 'ਚ ਨੇ। ਉਹਦੀ ਮੜ ਕੇ ਉਹਦੇ ਤਾਂ ਸਿਰ ਨੇ ਜਿਹੜੇ ਸਿਰਾਂ ਦੀ ਮਾਲਾ ਪਾਈ ਹੋਈ ਹੈ, ਸਾਰੀਆਂ ਖੋਪੜੀਆਂ ਉਹਦੇ ਕਹੇ ਤੇ ਚੱਲਦੀਆਂ ਨੇ। ਉਹ ਕਹਿਆ ਤੇ ਕੁਝ ਹੋਰ, ਸਮਝ ਲਿਆ ਕੁਝ ਹੋਰ। ਇਸ ਨੂੰ ਸਰਵਣ ਤੇ ਮੈਲ ਨਕਾਰਾ, ਇਹ ਸੁਣ ਦੀ ਮੈਲ ਹੈ। ਇੱਕ ਸਰਵਣ ਤੇ ਮੈਲ ਨਕਾਰਾ ਤਾਂ ਦੇ ਮਧੂ ਕੈਟ ਧੰਤਾਰਾ। ਹੁਣ ਜਿਹਨੇ ਖੋਪੜੀਆਂ ਬਣਾ ਲਈਆਂ ਮਧੂ ਕੈਟ ਬਣ ਗਿਆ, ਰਾਖਸ਼ ਬਣ ਗਿਆ। ਉਹ ਉਲਟ ਬਣ ਗਿਆ ਗਿਆਨ ਤੋਂ, ਉਹਦਾ ਪੁੱਠਾ ਗਿਆਨ। ਇਸ ਪੁੱਠੇ ਗਿਆਨ ਨੂੰ ਰਾਖਸ਼ ਨਹੀਂ ਮੰਨਦੇ, ਇਸ ਪੁੱਠੇ ਗਿਆਨ ਨੂੰ ਨਹੀਂ ਮੰਨਦੇ। ਜੇ ਆ ਸਮਝਾਉਂਦੇ ਰਾਖਸ਼ ਵੀ ਮੰਨ ਲੈਂਦੇ, ਜਦ ਆ ਸਮਝਾਉਂਦੀ ਹੈ ਫਿਰ ਰਾਖਸ਼ ਵੀ ਮੰਨ ਲੈਂਦੇ ਨੇ। ਕਹਿੰਦੇ ਇਹ ਤਾਂ ਗੱਲ ਠੀਕ ਹੈ, ਪਰ ਆਹ ਨਹੀਂ ਠੀਕ ਜਿਹੜੀਆਂ ਖੋਪੜੀਆਂ ਗਲ ਚ ਪਾਈ ਫਿਰਦੇ ਨੇ। ਪਰਮੰ ਪਵਿੱਤਰੰ, ਕੈਸਾ ਚਿੱਤਰ ਹੈ ਉਹਦਾ ਨਕਸ਼ਾ, ਪਰਮ ਪਵਿੱਤਰ ਨਕਸ਼ਾ ਹੈ। ਉਹ ਸਾਨੂੰ ਬਸ ਵੀ ਤਾਂ ਰੱਖਦਾ ਹੈ, ਸਾਨੂੰ ਪਵਿੱਤਰ ਕਰਨ ਵਾਸਤੇ, ਸਾਡੇ ਭਲੇ ਵਾਸਤੇ, ਵੀ ਕੋਈ ਨੁਕਸਾਨ ਨਾ ਕਰ ਲੈਣਾ ਆਪਣਾ, ਬਚਾਉਣ ਵਾਸਤੇ। ਪੈਰ ਪੈਰ ਤੇ ਖਤਰਾ ਹੈ, ਖਤਰੇ ਤੋਂ ਬਚਾਉਣ ਵਾਸਤੇ। ਇਹ ਸੰਸਾਰ ਹੈ, ਇਹ ਮਾਇਆ ਛਾਲ ਹੈ, ਕਦੇ ਛੜੇ ਨਾ ਜਾਣ। ਛੜਿਆ ਵੀ ਧੋਖੇ 'ਚ ਜਾਂਦਾ ਆਦਮੀ, ਜਾਂ ਦਿਮਾਗ ਗਲਤੀ ਕਰ ਜਾਂਦਾ ਛੜਿਆ ਜਾਂਦਾ। ਦਿਮਾਗ ਗਲਤੀ ਨਾ ਕਰ ਜਾਵੇ, ਛੜਿਆ ਨਾ ਜਾਵੇ, ਤਾਂ ਦਿਮਾਗ ਨੂੰ ਆਪਣੇ ਕੰਟਰੋਲ ਰੱਖਦਾ ਉਹ। ਪਰ ਅਸੀਂ ਫੇਰ ਸੀਨਾ ਝਪਟੀ 'ਚ ਰਹਿੰਦੇ ਹਾਂ ਵੀ ਅਸੀਂ ਤਾਂ ਦਿਮਾਗ ਸਾਡਾ ਹੀ ਆ, ਅਸੀਂ ਤਾਂ ਆਪਣੇ ਦੇ ਕੰਮ ਲੈਣਾ। ਇਹ ਉਹਦਾ ਪਰਮ ਪਵਿੱਤਰ ਕੰਮ ਹੈ। ਸਾਰਿਆਂ ਨੂੰ ਪਰਮ ਪਵਿੱਤਰ ਕਰਨ ਵਾਸਤੇ ਇਹ ਕੰਮ ਕਰ ਰਿਹਾ ਉਹ, ਸਾਨੂੰ ਪਵਿੱਤਰ ਕਰਨ ਵਾਸਤੇ, ਸ਼ੁੱਧ ਕਰਨ ਵਾਸਤੇ ਸਾਰਿਆਂ ਦਾ ਮਨ। ਇਹ ਕੰਮ ਉਹਨੇ ਆਪਣੇ ਹੱਥ 'ਚ ਲਿਆ ਹੋਇਆ ਵੀ ਜ਼ਿੰਮੇਵਾਰੀ, ਪਰ ਅਸੀਂ ਕਰਨ ਨਹੀਂ ਦਿੰਦੇ। ਅਸੀਂ ਇਹਦਾ ਵਿਰੋਧ ਕਰਦੇ ਹਾਂ ਇਸ ਗੱਲ ਦਾ ਵੀ ਨਹੀਂ ਜੀ, ਅਸੀਂ ਤਾਂ ਆਪਣੀ ਮਰਜ਼ੀ ਨਾਲ ਚੱਲਣਾ। ਇਹੀ ਪਾਪ ਹੈ, ਇਸੇ ਗੱਲ ਨੂੰ ਪਾਪ ਕਹਿੰਦੇ। ਮੂਰਖਤਾ ਦਾ ਦੂਆ ਨੌ ਪਾਪ ਹੈ। ਖਤਾ ਕਹਿੰਦੇ ਇਹਨੂੰ, ਖਤਾ ਕਹਿੰਦੇ ਅਸੀਂ। ਉਹਦੇ 'ਚ ਕਹਿੰਦੇ ਹਮ ਖਤੇ ਬਹੁਤ ਕਮਾਉਂਦੇ, ਉਤਨਾ ਪਾਰਾ ਬਾਪ। ਹੁਕਮ ਦਾ ਵਿਰੋਧ ਕਰਨਾ ਖਤਾ ਹੈ। ਜਿਵੇਂ ਸਕੂਲ 'ਚ ਪੜ੍ਹਨ ਵਾਸਤੇ ਗਿਆ, ਜੇ ਪੜ੍ਹਨ 'ਚ ਧਿਆਨ ਨਹੀਂ ਤਾਂ ਖਤਾ ਹੈ, ਗਲਤੀ ਹੈ। ਕਲਾਸ 'ਚ ਬੈਠੇ ਪੜ੍ਹਨ ਵਾਸਤੇ, ਕੰਨ ਸਿੱਖਿਆ ਵਿੱਚ ਹੈ ਨਹੀਂ, ਟੀਚਰ ਵੱਲ ਹੈ ਨਹੀਂ, ਉਹ ਤਾਂ ਖਤਾ, ਫਿਰ ਗਲਤੀ ਹੈ ਉੱਥੇ। ਆਹੀ ਹੈ ਸਾਡਾ ਕੰਨ ਜਿਹੜਾ ਹੈਗਾ ਅੰਤਰਾਤਮਾ ਨਾਲ ਜੁੜਿਆ ਨਹੀਂ ਹੋਇਆ, ਇਹੀ ਗਲਤੀ ਹੈ, ਖਤਾ ਹੈ। ਕਿੰਨੇ ਖਤੇ ਕਮਾਉਣੇ ਅੰਤਰਾਂ ਬਾਰ ਇਹਦੀਆਂ ਗਲਤੀਆਂ ਕਰਦੇ ਆ, ਕੋਈ ਗਲਤੀ ਹੋਈ ਹੈ ਨਹੀਂ। ਉਹਨੂੰ ਤਾਂ ਸੁਣਦੇ ਹੀ ਨਹੀਂ ਅਸੀਂ ਅੰਤਰਾਤਮਾ ਦੀ ਆਵਾਜ਼ ਨੂੰ। ਮਹਾ ਗਰਜ ਗਰਜੰ, ਸੁਣੈ ਦੂਤ ਲਰਜੰ। ਹੁਕਮ ਦੀ ਗਰਜਨ ਕਹੀ ਜੀ, ਮਹਾ ਗਰਜਨ। ਉਹ ਇੰਨੀ ਉੱਚੀ ਬੋਲਦਾ ਫਿਰ ਵੀ ਨਹੀਂ ਸੁਣਦੇ। ਮਹਾ ਗਰਜਨ, ਸੁਣੈ ਦੂਤ ਲਰਜੰ, ਜਮ ਕੇ ਦੂਤ ਵੀ ਕੰਬਦੇ ਨੇ ਸੁਣ ਕੇ ਆਵਾਜ਼। ਜਮਦੇ ਦੂਤਾਂ ਤਾਂ ਲੋਕ ਕੰਬਦੇ ਨੇ, ਜਮਦੇ ਦੂਤ ਉਦੋਂ ਕੰਬਦੇ ਨੇ। ਜਮਦੇ ਦੂਤ ਕੌਣ ਹੁੰਦੇ ਨੇ? ਆ ਜਿਹੜੇ ਭਰਮ ਜਾਲ 'ਚ ਫਸਾਉਣ ਵਾਲੇ ਨੇ ਨਾ, ਇਹ ਜਮਦੇ ਦੂਤ ਨੇ। ਇਹ ਹੁਕਮ ਤੋਂ ਘਬਰਾਉਂਦੇ ਨੇ, ਡਰਦੇ ਨੇ, ਗੁਰਮੁਖ ਨਹੀਂ ਡਰਦੇ ਹੁੰਦੇ। ਗੁਰਮੁਖ ਹੁਕਮ ਦੀ ਛੱਡ ਜਾਂਦੇ ਨੇ, ਜਮ ਕੇ ਦੂਤ ਹੁਕਮ ਦਾ ਵਿਰੋਧ ਕਰਦੇ ਨੇ, ਇਸ ਕਰਕੇ ਇਹ ਘਬਰਾਉਂਦੇ ਨੇ, ਇਹ ਡਰਦੇ ਨੇ। ਇਹਨਾਂ ਦੇ ਖਿਲਾਫ ਆਵਾਜ਼, ਇਹ ਆਪਣੇ ਤੋਂ ਖਿਲਾਫ ਸਮਝਦੇ। ਅਪਰਾਧ ਜੋ ਕਰਦੇ ਨੇ, ਜਿਵੇਂ ਅਪਰਾਧੀ ਆਦਮੀ ਪੁਲਿਸ ਨੂੰ ਦੇਖ ਕੇ ਡਰਦਾ ਹੈ, ਉਹ ਨਹੀਂ ਚਾਹੁੰਦਾ ਪੁਲਿਸ ਹੋਵੇ, ਉਹ ਨਹੀਂ ਚਾਹੁੰਦਾ ਪੁਲਿਸ ਮੈਨੂੰ ਦਿਖੇ, ਉਹ ਨਹੀਂ ਚਾਹੁੰਦਾ ਪੁਲਿਸ ਮਹੱਲੇ ਸਾਡੇ ਗੇੜਾ ਮਾਰੇ। ਐ ਜਮ ਕੇ ਦੂਤ ਨਹੀਂ ਚਾਹੁੰਦੇ ਹੁਕਮ ਨੂੰ, ਕਿ ਉਹ ਹੁਕਮ ਤੋਂ ਵਿਰੁੱਧ ਕੰਮ ਕਰ ਲੈਣੇ, ਹੁਕਮ ਉਹਨਾਂ ਤੋਂ ਵਿਰੁੱਧ ਹੈ। ਉਹ ਤੋਂ ਘਬਰਾਉਂਦੇ ਨੇ, ਸੱਚ ਦੀ ਆਵਾਜ਼ ਤੋਂ ਘਬਰਾਉਂਦੇ ਨੇ, ਉਹ ਧਰਮ ਤੋਂ ਘਬਰਾਉਂਦੇ ਹੁੰਦੇ ਨੇ, ਜੋ ਸੱਚ ਤੋਂ ਘਬਰਾਉਂਦੇ ਹੁੰਦੇ ਜਮ ਕੇ ਦੂਤ। ਜਿਨ੍ਹਾਂ ਨੂੰ ਸੱਚ ਨਹੀਂ ਭਾਉਂਦਾ, ਐ ਕਹਿ ਲੋ, ਜਿਨ੍ਹਾਂ ਨੂੰ ਗੁਰਮਤਿ ਨਹੀਂ ਭਾਉਂਦੀ, ਜਮ ਕੇ ਦੂਤ ਨੇ ਸਾਰੇ। ਕਿ ਲੋਕ ਉਹ ਜਮ ਕੇ ਦੂਤ ਨੇ ਸਿਰਫ ਜਿਹੜੇ ਪ੍ਰਚਾਰਕ ਨੇ। ਜਿਹੜੇ ਪ੍ਰਚਾਰਕ ਨਹੀਂ ਨਾ,
ਉਹ ਜਮ ਕੇ ਦੂਤ ਨਹੀਂ ਹਨ। ਸੱਚ ਦਾ ਪਾਉਂਦਾ ਨਹੀਂ, ਪਰ ਸੱਚ ਦੇ ਖਿਲਾਫ ਬੋਲਦੇ ਵੀ ਨਹੀਂ, ਉਹ ਜਮ ਕੇ ਦੂਤ ਨਹੀਂ ਹਨ। ਉਹ ਨਹੀਂ ਹਨ। ਉਹ ਕੌਣ ਨੇ? ਉਹ ਭਾਗੇ ਨੇ, ਅਭਾਗੇ। ਉਹਦਾ ਭਾਗੇ ਨੇ, ਅਭਾਗੇ। ਕਿਉਂ? ਉਹਨਾਂ ਦੀ ਗੱਲ ਸੁਣਦੇ ਨੇ, ਦੋਹਾਂ ਦੀ ਮੂਰਖ। ਜਮ ਕੇ ਦੂਤਾਂ ਦੀ ਗੱਲ ਦਾ ਅਸਰ ਹੈ, ਇਹਦਾ ਅਸਰ ਨਹੀਂ। ਲੋਭ ਦੇ ਪ੍ਰਚਾਰ ਦਾ ਅਸਰ ਹੈ, ਸੱਚ ਦੇ ਪ੍ਰਚਾਰ ਦਾ ਅਸਰ ਨਹੀਂ। ਪਰ ਲੋਕ ਦਾ ਜਿਹੜਾ ਹੈ ਨਾ ਧਨ, ਉਹਦਾ ਵਿਸ਼ਵਾਸ ਨਹੀਂ ਹੈ। ਉਹਨਾਂ ਦਾ ਵਿਸ਼ਵਾਸ ਕਰਦੇ ਨੇ, ਸੰਸਾਰੀ ਧਨ ਤੇ ਵਿਸ਼ਵਾਸ ਕਰ। ਮਾਇਆ ਦੀ ਟੇਕ ਹੈ। ਸੁਖ ਵਾਸਤੇ ਮਾਇਆ ਦੀ ਟੇਕ ਹੈ ਨਾ, ਜਿਹੜੀ ਮਾਇਆ ਦੀ ਪਦਾਰਥਾਂ ਦੀ ਟੇਕ ਹੈ। ਸੁਖ ਵਾਸਤੇ ਇਹ ਲੈ ਲਈ। ਨੌਵੇਂ ਪਾਤਸ਼ਾਹ ਦਾ ਸ਼ਲੋਕ ਨਹੀਂ ਸੁਣਿਆ, ਜੇ ਸੁਖ ਕੋ ਚਾਹੇ ਸਦਾ ਛੜ ਰਾਮ ਕੀ ਲੈ। ਸੁਣ ਤਾਂ ਲਿਆ ਪਰ ਉਹ ਧਿਆਨ ਨਹੀਂ ਦਿੱਤਾ, ਉਹਦੇ ਤੇ ਵਿਚਾਰਿਆ ਨਹੀਂ। ਸੁਣ ਵੀ ਲਿਆ, ਵਿਚਾਰਿਆ ਨਹੀਂ। ਉਹਨਾਂ ਨੇ ਕਿਹਾ ਵੀ ਯਾਰ ਮਾਇਆ ਦੀ ਟੇਕ ਨਾ ਲੈ, ਇਹਦੇ ਚ ਸੁਖ ਨਹੀਂ ਹੈ। ਇਹਦਾ ਸੁਖ ਤਾਂ ਐਵੇਂ ਮਾਮੂਲੀ ਹੋਈ ਹੈ, ਤੈਨੂੰ ਲੱਗਦਾ ਦੁੱਖਾਂ ਦੀ ਭਾਂਡਾ ਜ਼ਿਆਦਾ ਹੈ ਬੜੀ। ਜੇ ਤੂੰ ਚਾਹੁੰਦਾ ਸਦਾ ਹੀ ਸੁਖ ਮੈਨੂੰ ਮਿਲੇ, ਤਾਂ ਸ਼ਰਨ ਰਾਮ ਕੀ ਲੈ। ਰਾਮ ਦੀ ਸ਼ਰਨ ਲੈਣਾ, ਉੱਥੇ ਸਦਾ ਸੁਖ ਹੈ। ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਅਭਾਗੇ ਨੇ ਉਹ ਜਿਹੜੇ ਇਹਦੇ ਖਿਲਾਫ ਪ੍ਰਚਾਰ ਕਰਦੇ ਨੇ। ਮਨੋਕਾਮਨਾਵਾਂ ਦੀਆਂ ਅਰਦਾਸਾਂ ਕਰਦੇ ਨੇ, ਔਰ ਸਾਖੀਆਂ ਘੜੀਆਂ ਹੋਈਆਂ ਨੇ ਜਿਨ੍ਹਾਂ ਨੇ ਸੁਣਾਉਂਦੇ ਨੇ ਲੋਭ ਦੀਆਂ। ਉਹ ਨੇ ਜਮ ਕੇ ਦੂਤ, ਉਹ ਜਮ ਕੇ ਦੂਤ। ਜਿਹੜੇ ਸੰਤ ਕਹਾਉਂਦੇ ਨੇ ਨਾ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕੱਢਿਓ ਬਾਸ ਨਰਕ ਬੋਲੀ। ਉਹ ਬਾਸ ਨਰਕ ਦੇ ਵਿੱਚ ਦੇਣਾ ਹੈ ਸ਼ਬਦ ਨੇ, ਤਾਂ ਸ਼ਬਦ ਤੋਂ ਘਬਰਾਉਂਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਤਾਂ ਨਰਕ ਜਾਣਾ ਹੀ ਜਾਣਾ ਹੈ, ਇਹ ਉਹਨਾਂ ਨੂੰ ਪਤਾ ਵੀ ਹੈ। ਉਹ ਸਮਝਦੇ ਨੇ ਇਸ ਗੱਲ ਨੂੰ। ਡਾਕੂ ਡਾਕਾ ਮਾਰਦਾ ਨੂੰ ਪਤਾ ਨਹੀਂ ਹੈ ਵੀ ਜਦੋਂ ਪੁਲਿਸ ਤੇ ਫੜਿਆ ਗਿਆ ਕੀ ਹਾਲ ਹੋ। ਜਾਣਦਾ ਹੈ ਡਾਕੂ, ਪਰ ਫਿਰ ਵੀ ਕਰਦਾ ਹੈ। ਲੋਕ ਅਪਰਾਧ ਕਰਦੇ ਨੇ, ਜਾਣਦੇ ਨੇ ਕਾਨੂੰਨ। ਉਹ ਕਹਿੰਦੇ ਦੇਖੀ ਜਾਓ ਜਦੋਂ ਫੜੇ ਗਏ, ਦੇਖੀ ਜਾਊਗਾ ਜਦੋਂ ਫੜੇ ਗਏ। ਕਰਦੇ ਨੇ, ਬਸ ਕਰੀ ਜਾਂਦੇ ਨੇ। ਸਰਵੰ ਸ਼੍ਰੋਣੰ ਸੋਹੰ ਮਹਾਮਾਨ ਮੋਹੰ। ਸਰਵੰ ਸ਼੍ਰੋਣੰ ਸੋਹੰ। ਹਾਂ, ਸਰਵੰ ਸ਼੍ਰੋਣ ਸੋਹੰ, ਸੋਹਣ ਸੋਹੰ। ਸਾਰਿਆਂ ਦਾ ਖੂਨ ਕਿਉਂ ਚੰਗਾ ਲੱਗਦਾ ਹੈ, ਚਮਕਦਾ ਹੈ। ਉਹ ਵਿੱਚ ਜਿੰਨਾ ਚਿਰ ਜੋਤ ਆ ਉਹਨਾਂ ਚਿਰ ਖੂਨ ਚੰਗਾ ਲੱਗਦਾ, ਚਮਕ। ਇਹ ਚ ਚਮਕ ਕਿਉਂ ਹੈ ਖੂਨ ਚਿਹਰੇ ਚ? ਉਹ ਜੋਤ ਹੈ, ਜਦੋਂ ਜੋਤ ਨਿਕਲ ਗਈ ਚਿਹਰਾ ਬੁਰਾ ਲੱਗਣ ਲੱਗ ਜੂਏ। ਉਹ ਜਿੰਨਾ ਚਿਰ ਖੂਨ ਹੈ ਨਾ, ਉਹਨਾਂ ਚਿਰ ਜਿੰਨਾ ਚਿਰ ਜੋਤ ਆ ਉਹਨਾਂ ਚਿਰ ਖੂਨ। ਜਾਂ ਜੋਤ ਨਿਕਲ ਗਈ ਖੂਨ ਨੇ ਜੰਮ ਜਾਣਾ, ਫਿਰ ਖੂਨ ਨਹੀਂ ਰਹਿਣਾ ਹੈ। ਚਿਹਰੇ ਦੀ ਚਮਕ ਵੀ ਜਦੋਂ ਚਲੀ ਜਾਣੀ ਹੈ। ਖੂਨ ਦੇ ਵਿੱਚ ਸੁਹੱਪਣ ਹੈ ਨਾ, ਜਿਹੜਾ ਸੁਹੱਪਣ ਚਮਕ, ਇਹ ਉਹਦੇ ਨਾਲ ਤੇਰੇ ਨਾਲ ਹੀ ਹੈ। ਸੋਹਣ ਖੂਨ ਹੁੰਦਾ। ਆ ਜਿਹੜਾ ਚਿਹਰਾ ਦਗ ਦਗ ਕਰਦਾ ਨਾ, ਚਮਕਦਾ, ਲਿਸ਼ਕਦਾ, ਇਹ ਇਹਦੇ ਜੋਤ ਕਰਕੇ ਹੈ। ਜਦ ਨਿਕਲ ਗਈ ਨਾ, ਇਹੀ ਭੇੜਾ ਲੱਗਣ ਲੱਗ ਜਾਣਾ। ਸਿਆਹ ਹੋਇਆ ਸੇਤ, ਇਹਦਾ ਸੁਪਨੇ ਗਾਇਬ ਹੋ ਜਾਣਾ। ਫਿਰ ਇਹਦੋਂ ਤਾਂ ਡਰ ਲੱਗਣ ਲੱਗ ਜਾਣਾ। ਹੁਣ ਕਿੰਨਾ ਮੋਹ ਇਹਨੂੰ ਦੇਖ ਕੇ ਪੈਦਾ ਹੁੰਦਾ, ਇਹਦੀ ਚਮਕ ਦੇਖ ਕੇ। ਹੁਣ ਕਸ਼ਿਸ਼ ਹੈ ਇਹਦੇ ਵਿੱਚ, ਮੋਹ ਕਸ਼ਿਸ਼ ਦਾ ਨਾਮ ਹੈ। ਉਹ ਤਾਂ ਖਿੱਚਦਾ ਨਾਮ, ਕਸ਼ਿਸ਼ ਦਾ ਨਾਮ। ਇਹ ਸਾਰਾ ਜਿਹੜਾ ਮੋਹ ਹੈ ਨਾ ਖੂਨ ਚ, ਇਹ ਖੂਨ ਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ।
ਇਹ ਬਾਬੀ ਇਹਦਾ ਬਾਸ ਜਲ ਚ ਹੁੰਦਾ। ਜਲ ਖੂਨ ਹੈ, ਖੂਨ ਦੇ ਵਿੱਚ ਪਾਣੀ ਦੇ ਬਿਨਾਂ ਕਿਵੇਂ ਚੱਲੂ ਖੂਨ? ਇਸ ਖੂਨ ਦੀ ਜਿਹੜੀ ਚਮਕ ਹੈ ਇਹਦੇ ਕਰਕੇ ਹੀ ਹੈ, ਇਹ ਤੇਰੇ ਕਰਕੇ ਹੀ ਹੈ। ਦੇਖੋ ਆਤਮਾ, ਜੀਵ ਆਤਮਾ ਸਾਰਿਆਂ 'ਚ ਇੱਕ ਹੈ। ਜੀਵ ਆਤਮਾ ਦੀ ਗੱਲ ਚੱਲਦੀ ਹੈ, ਕਿਤੇ ਸਾਬਤ ਹੈ, ਕਿਤੇ ਦੋ ਦਾਲ ਹੈ, ਬਸ ਗੱਲ ਇੱਕੋ ਹੀ ਹੈ। ਦੋਏ ਥਾਂ ਨਿਰਾਕਾਰ ਹੈ, ਗਿਆਨ ਇੰਦਰੀਆਂ ਤੇ ਦੋਏ ਥਾਂ ਪਰੇ ਹੈ, ਦੀਦੀ ਦੋਏ ਥਾਂ ਨਹੀਂ, ਸਮਝ ਦੋਏ ਥਾਂ ਨਹੀਂ ਲੋਕਾਂ ਨੂੰ, ਕਿਸੇ ਨੂੰ ਵੀ ਸਿਰਫ ਇੱਕ ਥਾਂ ਦਾ ਐ ਪਤਾ ਲੱਗਦਾ ਜਾਂ ਸਰੀਰ ਚੱਲਦਾ ਹੈ, ਕੋਈ ਚੀਜ਼ ਹੈ ਇਹਦੇ ਵਿੱਚ, ਬਸ ਉਹ ਹੈ ਪਤਾ ਨਹੀਂ ਤਾਂ ਫਿਰ ਵੀ ਨਹੀਂ ਕੀ ਹੈ। ਜਾਂ ਸਰੀਰ ਚੱਲਦਾ ਫਿਰਦਾ ਬੋਲਦਾ ਹੈ, ਸਬੂਤ ਹੈ ਉਹਦੇ ਹੋਣ ਦਾ, ਹੋਰ ਕੁਛ ਨਹੀਂ, ਹੋਰ ਕਿਤੇ ਸਬੂਤ ਹੈ ਨਹੀਂ। ਦੇਹ ਦੇ ਵਿੱਚ ਸਬੂਤ ਹੈ, ਚਾਹੇ ਪੇੜ ਪੌਦਾ, ਪੱਤੇ ਹਰੇ ਭਰੇ ਨੇ, ਫੁੱਲ ਖਿੜਦੇ ਨੇ, ਉਹ ਵੀ ਸਬੂਤ ਹੈ। ਹਾਂਜੀ, ਸਰਵੰ ਸਰਵੰ ਸੋਹੰ ਹਾਂ, ਮਨਾ ਮਹਾਮਾਨ ਮੋਹੰ। ਮਹਾਮਾਨ ਮੋਹ, ਸਾਰਿਆਂ ਦੇ ਮਨ ਮੋਹੇ ਜਾਂਦੇ ਨੇ। ਮਹਾਮਾਨ ਵੀ ਹੈ, ਸਨਮਾਨ ਵੀ ਹੈ, ਪਰ ਮੋਹ ਵੀ ਹੈ, ਦੋ ਚੀਜ਼ਾਂ। ਮਹਾਮਾਨ ਮੋਹੰ ਭੁਜੰਗ ਪ੍ਰਿਆਤ ਛੰਦ। ਮਾਨ ਵੀ ਉਹਨਾਂ ਚਿਰ ਜਿੰਨਾ ਚਿਰ ਜਿਉਂਦਾ। ਓਹੋ, ਸਨਮਾਨ ਵੀ ਜਿੰਨਾ ਚਿਰ ਜਾਨ ਉਹਨਾਂ ਚਿਰ ਹੈ। ਬਾਅਦ ਦੇ ਵਿੱਚ ਮਾਨ ਸਨਮਾਨ ਕਰਦਾ, ਰਾਜਾ ਵੀ ਹੋਵੇ ਚਾਹੇ, ਬਸ ਡੈਡ ਬਾਡੀ ਹੈ ਫਿਰ ਤਾਂ, ਫਿਰ ਮਾਨ ਸਨਮਾਨ ਨਹੀਂ ਹੈ। ਸਿਰ ਤੋਂ ਤਾਜ ਲਾ ਲੈਂਦੇ ਨੇ, ਪਹਿਲਾਂ ਹੀ ਲਾ ਲੈਂਦੇ ਨੇ, ਮੰਜੇ ਤੋਂ ਪੁੰਜੇ ਲਾ ਲੈਂਦੇ ਨੇ। ਜਦ ਪੁੰਜੇ ਲਾ ਲਿਆ ਮਾਨ ਸਨਮਾਨ ਰਹਿ ਗਿਆ, ਮੰਜੇ ਦੇ ਪੁੰਜੇ ਲਾ ਲਿਆ ਮਾਨ ਸਨਮਾਨ ਕਿੱਥੇ ਰਹਿ ਗਿਆ? ਕੁਰਸੀ ਦਾ ਕੁਰਸੀ, ਮੰਜੇ ਤੋਂ ਵੀ ਪੁੰਜੇ ਲਾ ਲੈਂਦੇ ਨੇ ਅਗਲੇ, ਮਾਨ ਸਨਮਾਨ ਕਿੱਥੇ ਰਹਿ ਗਿਆ? ਭੁਜੰਗ ਪ੍ਰਿਆਤ ਛੰਦ ਸਿਰਜੇ ਸੇਤਜੰ ਜੇਰਜੰ ਉਤਪਜੇਵੰ। ਸ੍ਰਜੇ ਸੇਤਜੰ ਜੇਰਜੰ ਉਤਪਜੇਯੰ। ਸਿਰਜਣਾ ਕਿਵੇਂ ਕੀਤੀ ਹੈ? ਦੇਖੋ ਸਿਰਜਣਾ ਕੀਤੀ ਹੈ, ਸਿਰਜਣਾ ਸਾਜੇ ਨੇ ਜਿਹੜੇ ਭਾਂਡੇ, ਸੇਤਜੰ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨਾ ਦੁੱਧ ਸੰਭਾਲੀਆਂ, ਇੱਕ ਚੁੱਲ੍ਹੇ ਰਹਿਣ ਚੜੇ, ਇਹ ਸਿਰਜੇ ਉਹਦਾ ਨਾਮ ਹੈ, ਸਾਜੇ। ਆਪੇ ਸਾਜੇ ਸਾਜ ਨਵਾਜੇ, ਆਪੇ ਸਾਜੇ ਨੇ, ਸਾਜ ਕੇ ਨਵਾਜੇ ਵੀ ਨੇ, ਬਖਸ਼ਿਸ਼ਾਂ ਵੀ ਕੀਤੀਆਂ ਨੇ, ਨਵਾਇਸ਼ਾਂ ਵੀ ਕੀਤੀਆਂ ਨੇ। ਹਾਂ, ਸਿਰਜੇ ਸੇਤਜੰ, ਤੁਸੀਂ ਨੇ ਤੋਂ ਜੀ ਪੈਦਾ ਕੀਤੇ ਨੇ, ਜੇਰ ਤੋਂ ਪੈਦਾ ਕੀਤੇ ਨੇ, ਜੇਰਜੰ ਉਤਪਜੇਯੰ, ਜ਼ਮੀਨ ਤੋਂ ਬੀਜ ਪੈਦਾ ਹੁੰਦੇ ਨੇ। ਰਚੇ ਅੰਡਜੰ ਖੰਡ ਬ੍ਰਹਮੰਡ ਏਵੰ। ਰਚੇ ਅੰਡਜੰ, ਅੰਡੇ ਰਚੇ ਨੇ, ਖੰਡ ਅੰਡਿਆਂ ਤੋਂ ਪੈਦਾ ਕੀਤੇ ਹੈ ਨਾ, ਅੰਡਿਆਂ ਤੋਂ ਵੀ ਪੈਦਾ ਹੁੰਦੀ ਹੈ ਸ੍ਰਿਸ਼ਟੀ। ਰਚੇ ਅੰਡਜੰ, ਅੰਡੇ ਰਚੇ ਨੇ, ਖੰਡ ਬ੍ਰਹਮੰਡ ਏਵੰ। ਕਾਹਦੇ ਨਾਲ ਰਚਿਆ ਸਭ ਕੁਝ? ਖੰਡ ਬ੍ਰਹਮੰਡ ਨਾਲ। ਕੀ ਵਿੱਚ ਪਾਇਆ ਟੁਕੜਾ? ਕਾਹਦਾ ਪਾਇਆ? ਬ੍ਰਹਮੰਡ ਦਾ ਟੁਕੜਾ ਪਾਇਆ ਵਿੱਚ, ਬ੍ਰਹਮੰਡ ਪੂਰਾ ਨਹੀਂ ਪਾਇਆ ਹੋਇਆ। ਕੱਟ ਕੇ ਉਹਨੂੰ ਆਤਮਾ ਕਹਿੰਦੇ ਨੇ, ਪ੍ਰਾਤਮਾ ਤੋਂ। ਤਾਂ ਕਰਕੇ ਆਤਮਾ ਪ੍ਰਾਤਮਾ ਦੋਏ ਰਲ ਕੇ ਇੱਕ ਹੁੰਦਾ। ਆਤਮਾ ਪ੍ਰਾਤਮਾ ਇੱਕੋ ਕਰਾ ਹੈ, ਅੰਤਰ ਕੀ ਦੁਬਲਾ ਅੰਤਰ ਮਰਾ। ਉਹਦਾ ਬਾਤਾ ਪ੍ਰਾਤਮਾ ਨੇ ਆਪਣਾ ਮਨ ਚ ਪਾਤਾ, ਆਪ ਨਹੀਂ ਪਿਆ, ਆਪਣਾ ਧਿਆਨ ਪਾਤਾ ਇਹ ਚ। ਧਿਆਨ ਹੈ ਪਾਇਆ ਕੁਛ ਵੀ ਨਹੀਂ। ਅਸੀਂ ਪਸ਼ੂਆਂ ਦਾ ਧਿਆਨ ਰੱਖਦੇ ਹਾਂ ਨਾ, ਜਦ ਪਸ਼ੂ ਵੀ ਦੇਖਦਾ ਵੀ ਧਿਆਨ ਮੇਰੇ ਜਾਂਦਾ ਨਹੀਂ, ਫਿਰ ਕੀ ਧਿਆਨ ਨੱਥ ਨਹੀਂ ਹੈ? ਬੇਧਿਆਨ ਹੋਏ ਤੇ ਨਿਆਣਾ ਗਲਤੀ ਕਰਦਾ, ਬੇਧਿਆਨ ਹੋਏ ਤੇ ਪਸ਼ੂ ਧਿਆਨ ਗਿਆ ਤੇ ਚੋਰੀ ਹੋਈ, ਧਿਆਨ ਹਟਿਆ ਤਾਂ ਦੁਰਘਟਨਾ ਹੋਈ। ਦੁਰਘਟਨਾ ਧਿਆਨ ਨਾਲ ਸੰਬੰਧਿਤ ਹੈ। ਧਿਆਨ ਹੈ ਉਹਦਾ, ਸਾਡੇ ਚ ਉਹੀ ਨੱਥ ਹੈ। ਧਿਆਨ ਜਿਹੜਾ ਜੀ ਇਹਦੇ ਵਿੱਚ ਸਰੀਰ ਚ ਇਹੀ ਇਹਦੇ
ਜਦੋਂ ਇਹਦਾ ਧਿਆਨ ਨਹੀਂ ਰਹਿੰਦਾ ਨਾ ਇਹ ਸੌ ਜਾਂਦਾ ਹੈ। ਉਹ ਧਿਆਨ ਹਟਾ ਲੈਂਦਾ ਉਹ ਨਜ਼ਰ ਨੀਂਦ ਆ ਜਾਂਦੀ, ਉਹਨੂੰ ਸੁੱਤਾ ਕਹਿੰਦੇ ਅਸੀਂ। ਉਹਦਾ ਧਿਆਨ ਨਹੀਂ ਹੈ ਸਰੀਰ 'ਚ, ਧਿਆਨ ਥੱਕ ਜਾਂਦਾ, ਆਪਣਾ ਵੀ ਧਿਆਨ ਥੱਕਦਾ। ਕਿਸੇ ਚੀਜ਼ ਧਿਆਨ ਲਾਈਏ ਨਾ ਧਿਆਨ ਥੱਕ ਜਾਂਦਾ। ਧਿਆਨ ਨਾਲ ਪੜੀਏ ਥੱਕ ਜਾਈਦਾ, ਧਿਆਨ ਲਾ ਕੇ ਕੋਈ ਕੰਮ ਕਰੀਏ ਥੱਕ ਜਾਈਦਾ। ਉਹ ਧਿਆਨ ਹੈ ਥੱਕਦਾ, ਉਹਦਾ ਆਪ ਨਹੀਂ ਥੱਕਦਾ। ਫਿਰ ਧਿਆਨ ਹਟਾ ਲੈਂਦਾ, ਚੁੱਪ ਕਰ ਜਾਂਦਾ, ਕੁਝ ਦੇਰ ਬਾਅਦ ਰੈਸਟ ਹੋ ਜਾਂਦੀ ਹੈ। ਹੋਰ ਕੁਝ ਨਹੀਂ ਹੈ ਇਹਦੇ ਵਿੱਚ। ਜਿਹੜਾ ਸਾਹ ਆਉਂਦਾ ਉਹ ਤਾਂ ਉਹਦੇ ਕਰਕੇ ਆਉਂਦਾ। ਸਾਹ ਲੈਣ ਵਾਲਾ ਹਾਰਟ ਚਲਾਉਣ ਵਾਲਾ ਹੋਰ ਹੈ। ਦਿਮਾਗ ਤਾਂ ਉਹਦਾ ਧਿਆਨ ਹੈ, ਧਿਆਨ ਕੰਮ ਕਰਦਾ, ਹੋਰ ਕੁਝ ਨਹੀਂ ਕਰਦਾ। ਦਿਮਾਗ ਕੀ ਹੁੰਦਾ? ਧਿਆਨ। ਧਿਆਨ ਨਾਲ ਦੇਖ ਬਈ, ਧਿਆਨ ਨਾਲ ਸੁਣ ਬਈ, ਧਿਆਨ ਨਾਲ ਚੱਲ ਬਈ, ਧਿਆਨ ਨਾਲ ਫੜੀ ਅੰਗਲ, ਧਿਆਨ ਨਾਲ ਕੰਮ ਕਰੀ, ਧਿਆਨ ਰੱਖੀ ਜੇਬ ਦਾ। ਸਾਰਾ ਧਿਆਨ ਦੀ ਉਹ ਗੱਲ ਚੱਲਦੀ ਹੈ, ਹੋਰ ਗੱਲ ਚੱਲਦੀ ਹੈ। ਇਹ ਸਰੀਰ ਦਾ ਧਿਆਨ ਹੈ, ਹੋਰ ਕੁਛ ਨਹੀਂ ਹੈ। ਧਿਆਨ ਦਾ ਰੋਏ ਮਨ, ਧਿਆਨ ਮਾਨ ਮਨ ਏਕ ਮਏ। ਤੁਹਾਨੂੰ ਮੈਂ ਧਿਆਨ, ਧਿਆਨ ਮੈਂ ਜਾਣਿਆ। ਧਿਆਨ ਦੇ ਵਿੱਚੋਂ ਹੀ ਪ੍ਰਾਪਤੀ ਹੈ ਉਹਦੀ। ਸਰੀਰ 'ਚ ਧਿਆਨ ਹੈ, ਧਿਆਨ ਦੇ ਵਿੱਚ ਉਹ ਆਪ ਹੈ। ਧਿਆਨ ਕਿਹਦਾ? ਧਿਆਨ ਕਿਹਦਾ? ਲਹਿਰ ਕਿਹਦੀ ਹੈ? ਪਾਣੀ ਦੀ। ਲਹਿਰ 'ਚ ਕੌਣ ਹੈ? ਪਾਣੀ। ਧਿਆਨ 'ਚ ਕੌਣ ਹੈ? ਆਪ, ਜਿਹਦਾ ਧਿਆਨ ਹੈ। ਤੁਹਾਨੂੰ ਮੈਂ ਧਿਆਨ, ਧਿਆਨ ਮੈਂ ਜਾਣਿਆ। ਲਹਿਰ 'ਚੋਂ ਪਾਣੀ ਦਾ ਪਤਾ ਲੱਗਣਾ। ਲਹਿਰ ਪਾਣੀ ਹੋਈ ਹੈ, ਲਹਿਰ ਦੇ ਵਿੱਚ ਹੋਰ ਕੀ ਹੈ? ਧਿਆਨ ਦੇ ਵਿੱਚ ਕੀ ਹੈ? ਧਿਆਨ 'ਚੋਂ ਆਪੇ ਹੈ। ਮਨ ਮੈਂ ਆਪ, ਮਨ ਆਪਣੇ ਮਨ ਦੇ ਵਿੱਚ ਆਪੇ ਹੈ, ਉਹ ਮਨ ਧਿਆਨ ਹੈ, ਉਹਦੇ ਵਿੱਚ ਆਪ ਹੈ ਉਹ। ਤੁਹਾਨੂੰ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਾਣਿਆ। ਗੁਰਮੁਖੀ ਕਥ ਕਹਾਣੀ ਐਸੀ ਹੈ ਕਹਾਣੀ ਗੁਰਮੁਖਾਂ ਦੀ। ਤਾਂ 10ਵੀਂ ਦਿੱਤਾ, ਦੱਸਿਆ ਵੀ ਕੁਛ ਨਹੀਂ, ਦੇਣ ਨੂੰ ਕੁਛ ਨਹੀਂ ਹੈ। ਪੇੜ ਕੋ ਕੀ ਹੁੰਦਾ? ਦੇਣ ਨੂੰ, ਦਿਖਾਉਣ ਨੂੰ ਹੁੰਦਾ। ਪੇੜ ਫੁੱਲ ਵੀ ਦਿਖਾ ਦੂ ਇਹ ਜਾ ਹੁੰਦਾ ਹੈ, ਫਲ ਵੀ ਦਿਖਾ ਦੂ ਇਹ ਜਾ ਹੁੰਦਾ ਹੈ, ਪੱਤਾ ਵੀ ਦਿਖਾ ਦੂ ਇਹ ਜਾ ਹੁੰਦਾ। ਦੇਣ ਨੂੰ ਕੁਝ ਨਹੀਂ ਹੈ। ਜੇ ਕਹੇ ਪੱਤਾ ਤੋੜ ਕੇ ਮੂੰਹ 'ਚ ਪਾ ਲਓ, ਉੱਥੇ ਕਿੱਥੇ ਪਾ ਲੂ? ਛੋੜ ਜੋ ਕਿੱਥੇ ਪਾ ਲੂਗਾ? ਛਾਂ ਹੁੰਦੀ ਹੈ। ਤਾਂ ਇਹ ਤਾਂ ਛਾਵਾਂ ਹੈ, ਦਰਸ਼ਨ ਛਾਵਾਂ ਹੁੰਦੀ ਹੈ। ਜਿਹੜਾ ਦਰਸ਼ਨ ਹੈ ਛਾਵਾਂ ਹੁੰਦੀ ਹੈ। ਦਰਸ਼ਨ ਤਾਂ ਛਾਵਾਂ ਹੈ। ਦਰਸ਼ਨ ਕਿਸੇ ਚੀਜ਼ ਦਾ ਆਪਾਂ ਇੱਥੇ ਫੋਟੋ ਦੇਖਦੇ ਹਾਂ, ਸਿਰਫ ਦੇਖ ਪਿਕਚਰ ਦੇਖਦੇ ਹਾਂ, ਉਹ ਦਰਸ਼ਨ ਹੈ। ਉਹਦੇ 'ਚ ਕੀ ਹੁੰਦਾ? ਅਸਲੀ ਤਾਂ ਕੁਝ ਵੀ ਨਹੀਂ ਹੁੰਦਾ, ਸਹਿਜ ਹੈ ਕੁਛ ਹੈ। रचे अंडजं खंड ब्रह्मण एवं दिशा विदिशाए जिमी आसमानं। ਅੰਡਜੰ, ਅੰਡੇ ਵੀ ਰਚੇ ਨੇ, ਖੰਡ ਪਾ ਕੇ ਕਾਹਦਾ? ਆਤਮਾ ਦਾ। ब्रह्मांड ਜਿਹੜਾ ਪਾਈ ਹੈ ਵਿੱਚ ਜੋਤ ਪਾਈ ਹੈ ਨਾ, ਜੋਤ ਦਾ ਖੰਡ ਹੈ। ਜੋ ਬ੍ਰਹਮ ਅੰਡੇ ਸੋਈ ਪਿੰਡੇ। ਜਿਹੜਾ ਬ੍ਰਹਮ ਹੈ, ਬ੍ਰਹਮ ਇੱਕ ਅੰਡੇ ਦਾ ਆਕਾਰ ਹੈ, ਚੇਤਨ ਅੰਡਾ ਹੈ ਬ੍ਰਹਮ। ਬ੍ਰਹਮ ਚੇਤਨ ਅੰਡਾ ਹੈ। ਬ੍ਰਹਮ ਅੰਡ ਦਾ ਮਤਲਬ ਹੈ ਚੇਤਨ ਅੰਡਾ, ਚੇਤਨ ਜੋਤ ਜਿਹੜੀ ਭਰਮ 'ਚ ਘਿਰੀ ਹੋਈ ਹੈ। ਇਹਦਾ ਅਰਥ ਪਰਪੰਡ ਕਰੀ ਜਾਂਦੇ ਨੇ ਵਿਦਵਾਨ। ਪਰਪੰਡ ਅਰਥ ਲਫ਼ਜ਼ ਹੈ ਸਾਡੇ ਕੋਲ, ਉਹਦਾ ਅਰਥ ਹੁੰਦਾ ਮੈਟਰ। ਪੰਡਤ ਨੇ ਬ੍ਰਹਮੰਡ ਦਾ ਡਿਕਸ਼ਨਰੀ 'ਚੋਂ ਗਾਇਬ ਕਰਕੇ ਬ੍ਰਹਮੰਡ ਨੂੰ ਬ੍ਰਹਮੰਡ ਬਣਾਤਾ ਸੀ। ਇਸ ਕਰਕੇ ਗੱਡੀ ਲੀਹੋਂ ਉਤਾਰ ਕੇ ਸਭ ਮਾਇਆ ਦੇ ਵਿੱਚ ਕਰਤੀ ਸੀ। ਪੰਡਤ ਨੇ ਜਾਂ ਬਾਟ ਪਾੜੀ ਹੈ ਨਾ, ਇਹਨੇ ਡਿਕਸ਼ਨਰੀ ਬਦਲੀ ਸੀ। ਪੰਡਤ ਨੇ ਲਫ਼ਜ਼ਾਂ ਦੇ ਅਰਥ ਬਦਲੇ ਸੀ, ਬ੍ਰਹਮੰਡ ਗਾਇਬ ਕਰਤਾ ਸੀ, ਬ੍ਰਹਮੰਡ ਨੂੰ ਬ੍ਰਹਮੰਡ ਬਣਾਤਾ ਸੀ। ਇਸ ਕਰਕੇ ਹੁਣ ਡਿਕਸ਼ਨਰੀ 2 ਅਰਥ ਦੇ ਦਿੱਤੇ। ਕਾਨਸਨਾਬੇ ਨੇ ਵੀ ਬ੍ਰਹਮੰਡ ਦਾ ਅਰਥ ਬ੍ਰਹਮੰਡ ਵੀ ਬਣਾਤਾ, ਬ੍ਰਹਮੰਡ ਦਾ ਅਰਥ ਬ੍ਰਹਮੰਡ ਵੀ, ਯਾਨੀ ਜੜ ਔਰ ਚੇਤਨ 2 ਅਰਥਾਂ 'ਚ ਕਰਤਾ। ਇੱਕ ਲਫ਼ਜ਼ 2 ਅਰਥਾਂ 'ਚ ਨਹੀਂ ਹੋ ਸਕਦਾ। ਪਤਾ ਕਾਂਤ ਨੂੰ ਵੀ ਨਹੀਂ ਲੱਗਿਆ ਵੀ ਗੱਲ ਕੀ ਹੈ ਇਹ। ਪਤਾ ਸਾਫ ਸੁਣੂ ਵੀ ਨਹੀਂ ਲੱਗਿਆ। ਸਾਫ ਸੁਣੂ ਤਾਂ ਕਾਂਤ ਤੋਂ ਬਹੁਤ ਕਹਾ ਹੈ। ਜਿਹੜਾ ਆਦਮੀ ਡਿਕਸ਼ਨਰੀ ਬਣਾਉਂਦਾ ਹੁੰਦਾ ਦੂਏ ਨੂੰ ਕਹਾ ਹੁੰਦਾ ਉਹ
ਉਹਨੇ ਡਿਕਸ਼ਨਰੀ ਬਣਾਈ ਹੈ, ਸਾਰੇ ਸ਼ਬਦ ਉਹਨੇ ਖੋਜੇ ਨੇ। ਇਹਨੂੰ ਨਹੀਂ ਬਹੁਤਾ ਗਿਆਨ ਹੈਗਾ ਸਾਹਿਬ ਸਾਨੂੰ, ਉਹ ਜ਼ਿਆਦਾ ਖੋਜੀ ਹੈ ਕਾਂਸ ਨੂੰ ਖੁਦ ਨਹੀਂ ਪਤਾ ਲੱਗਿਆ ਗੱਲ, ਕਿਉਂਕਿ ਹਿੰਦੀ ਦੀ ਡਿਕਸ਼ਨਰੀ ਜਾ ਕੇ ਉਹਦੀ ਨਕਲ ਬਣਾਤੀ, ਡਿਕਸ਼ਨਰੀਆਂ ਲੈ ਲੀਆਂ, ਉਹਦੀ ਕਾਪੀ ਕੀਤੀ ਉਹਨੇ। ਹੋਰ ਉਹ ਹਾਂ ਚਾਹੀਦਾ ਸੀ ਉਹਨੂੰ ਗੁਰਬਾਣੀ ਲੈਂਦਾ, ਗੁਰਬਾਣੀ ਨੂੰ ਲੈ ਕੇ ਲਫ਼ਜ਼ ਜਿਹੜੇ ਵਰਤੇ ਨੇ ਇਹਨਾਂ ਚੋਂ ਅਰਥ ਲੈਂਦਾ। ਬ੍ਰਹਮੰਡ ਨੂੰ ਜੇ ਗੁਰਬਾਣੀ ਜੋ ਦੇਖੀਏ ਇਹਦਾ ਅਰਥ ਚੇਤਨ ਹੁੰਦਾ। ਜੋ ਬ੍ਰਹਮੰਡੇ ਸੋਈ ਪਿੰਡ, ਬਰਪੰਡ ਆਉਂਦਾ ਸਾਡੇ, ਜੈ ਬਰਪੰਡ ਪਿੰਡ ਤੈ ਨਾਹੀ। ਜਿੱਥੇ ਬਰਪੰਡ ਨਹੀਂ ਨਾ ਹੁੰਦਾ ਉੱਥੇ ਪਿੰਡ ਵੀ ਨਹੀਂ ਹੁੰਦਾ। ਰਚਣਹਾਰ ਤੈ ਨਾਹੀ, ਜੈ ਬਰਪੰਡ ਪਿੰਡ, ਜਿੱਥੇ ਬਰਪੰਡ ਪਿੰਡ ਨਹੀਂ ਹੁੰਦਾ ਨਾ, ਰਚਣਹਾਰ ਤਾਂ ਨਾ ਹੈ, ਉਦੋਂ ਰਚਣਹਾਰ ਵੀ ਨਹੀਂ ਹੁੰਦਾ। ਰਚਣਹਾਰ ਵੀ ਜੀਵਾਤਮਾ ਦਾ ਨਾਮ ਹੈ। ਜਿਹੜਾ ਖੰਡ ਪਾਇਆ ਉਹ ਰਚਣਹਾਰ ਹੈ, ਜਿਹੜਾ ਦੂਜਾ ਉਹ ਸਿਰਜਣਹਾਰ ਹੈ। ਪਤਾ ਦਲ ਦਾ ਹੁਣ ਸਿਰਜਣਹਾਰ ਰਚਣਹਾਰ ਇੱਕੋ ਬਣਾਈ ਫਿਰਦੇ ਨੇ ਵਿਦਵਾਨ। ਗੁਰਬਾਣੀ ਜੋ ਪਤਾ ਲੱਗਦਾ ਸਿਰਜਣਹਾਰ ਔਰ ਰਚਣਹਾਰ ਅੱਡ ਅੱਡ ਨੇ। ਇਹ ਗਲਤੀ ਪੰਡਤ ਦੀ ਕੀਤੀ ਹੋਈ ਹੈ। ਤੇ ਗੁਰਬਾਣੀ ਨੂੰ ਜੇ ਦੇਖਦੇ ਵੀ ਲਫ਼ਜ਼ ਕਿਵੇਂ ਵਰਤੇ ਹੋਏ ਨੇ ਤਾਂ ਪਤਾ ਲੱਗ ਜਾਣਾ ਸੀਗਾ। ਗੁਰਬਾਣੀ ਜੋ ਨਹੀਂ ਖੋਜੀ ਡਿਕਸ਼ਨਰੀ, ਡਿਕਸ਼ਨਰੀ ਗੁਰਬਾਣੀ ਦੀ ਅਲੱਗ ਹੈ ਆਪਣੀ, ਲਫ਼ਜ਼ਾਂ ਦੇ ਅਰਥ ਵਿੱਚ ਦਿੱਤੇ ਹੋਏ ਨੇ, ਡਿਫਾਈਨ ਕੀਤੇ ਹੋਏ ਨੇ। ਜਦ ਬ੍ਰਹਮ ਅੰਡ ਹੈ, ਜੋ ਬ੍ਰਹਮ ਅੰਡੇ ਸੋਈ ਪਿੰਡੇ, ਪਿੰਡ ਸਰੀਰ ਹੈ। ਜੋ ਬ੍ਰਹਮ ਅੰਡ ਦੇ ਅੰਡ ਰੂਪ ਦੇ ਵਿੱਚ ਬ੍ਰਹਮ ਸੀ ਤ੍ਰੇਤੇ ਦੇ ਵਿੱਚ, ਉਹੀ ਤਾਂ ਹੁਣ ਸਰੀਰ ਵਿੱਚ ਹੈ, ਦੇਹ ਵਿੱਚ ਹੈ। ਹੁਣ ਉਹ ਤੁਸੀਂ ਫੜ ਸਕਦੇ ਹੋ, ਤੁਹਾਡੀ ਪਕੜ ਚ ਦੇਹ ਵਿੱਚ ਹੁੰਦਾ ਹੋਇਆ, ਪਕੜ ਚ ਵਰਨਾ ਨਹੀਂ ਪਕੜ ਚ ਹੁੰਦਾ ਹੈ। ਜੋ ਖੋਜੇ ਸੋ ਪਾਵੇ। ਹੁਣ ਇਹਨੂੰ ਖੋਜ ਲੋ। ਜੋ ਕੀ ਖੋਜਣਾ ਸੀ, ਇਹ ਤਨ ਵਿੱਚੋਂ ਮਨ ਖੋਜਣਾ ਸੀ। ਆ ਗਿਆ ਨਾ ਚੇਤਨ ਅਰਥ ਆ ਗਿਆ ਬ੍ਰਹਮੰਡ ਦਾ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਣਾ ਸੀ ਤਨ ਵਿੱਚ। ਸਰਕਸ ਅੰਦਰ ਨਾਰਦ ਮੁਨ ਸੇਖਾ ਤਨ ਪੀ ਮਨ ਤਨ में ਮਨ ਨਹੀਂ ਪੇਖਾ। ਉਹਨਾਂ ਨੇ ਤਨ ਦੇ ਵਿੱਚ ਮਨ ਨਹੀਂ ਖੋਜਿਆ, ਨਹੀਂ ਹੈ ਕਿਸੇ ਨੇ। ਸਾਰਾ ਕੁਝ ਸਮਝਾਇਆ ਸੀਗਾ, ਸਾਰਾ ਹੀ ਕੁਝ ਸਮਝਾਤਾ। ਇੰਨਾ ਵਿਸਤਾਰ ਤਾਂ ਹੋਇਆ, ਪਰ ਉਧਰ ਨੂੰ ਗਏ ਹੀ ਨਹੀਂ ਵਿਦਵਾਨ। ਵਿਦਵਾਨ ਤਾਂ ਅਖਰੀ ਅਰਥਾਂ ਵੱਲ ਨੂੰ ਚਲੇ ਗਏ। ਇੱਕ ਲਾਈਨ ਦੇ ਇੱਕ ਲਾਈਨ ਚ ਅਰਥ ਕਰਕੇ ਗਾਹਾਂ ਚਲੇ ਜਾਓ। ਉਹ ਇੱਥੋਂ ਤਾਂ ਬੁੱਝਣ ਵਾਲੀ ਗੱਲ ਸੀਗੀ, ਅਰਥ ਕਰਨ ਵਾਲੀ ਗੱਲ ਨਹੀਂ ਸੀ। ਇਹ ਤਾਂ ਬੁਝਾਰ ਤਾਂ ਬੁੱਝਣ ਵਾਲੀ ਗੱਲ ਹੈ। ਬੁਝਾਰ ਤਾਂ ਹੁੰਦੀ ਹੈ, ਨਹੀਂ ਬੁੱਝਣ ਵਾਲੀ ਗੱਲ ਹੁੰਦੀ ਹੈ। ਇਹ ਅਰਥਾਂ ਦੀ ਗੱਲ ਇਹੋ ਜਿਹੇ ਅਰਥ ਨਹੀਂ ਸੀ ਚਾਹੀਦੇ ਜਿਹੇ ਜੇ ਤੁਸੀਂ ਇਹ ਕਰਦੇ ਨੇ। ਇਹੋ ਜਿਹੇ ਅਰਥਾਂ ਨਾਲ ਨਹੀਂ ਗੱਲ ਬਣਦੀ ਹੁੰਦੀ। ਰਚੇ ਅੰਡਜੰ ਖੰਡ ਬ੍ਰਹਮੰਡ ਏਵੰ। ਹੁਣ ਵੀ ਅਰਥ ਕਰਨ ਲੱਗੇ ਨੇ, ਕਰ ਦੇਣਗੇ ਅਰਥ। ਉਹ ਵਿਦਵਾਨ ਤਾਂ 100 ਜਨਮ ਲੱਗੇ ਰਹਿਣ ਤਾਂ ਨਹੀਂ ਅਰਥ ਕਰ ਸਕਦੇ ਇਹਦਾ। 300 ਸਾਲ ਦੇ ਵਿਦਵਾਨ ਲੱਗੇ ਹੀ ਹੋਏ ਨੇ, ਉਹਨਾਂ ਨੂੰ ਤਾਂ ਉਡਾੜਾ ਵੀ ਨਹੀਂ ਆਇਆ, ਨੇੜੇ ਵੀ ਨਹੀਂ ਜਾ ਸਕੇ। ਇਹ ਨਹੀਂ ਜਾ ਸਕਦੇ ਹੁੰਦੇ ਨੇੜੇ ਵਿਦਵਾਨ। ਇਹਨਾਂ ਨੂੰ ਕੀ ਪਤਾ ਅਰਥ ਕੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਇਹ ਉਹ ਵਿਹੜਾ ਹੀ ਨਹੀਂ ਬੜੇ ਹੋਏ। ਅਵਾਰਾ ਡੰਗਰ ਵਿਹੜਾ ਨਹੀਂ, ਅਵਾਰਾ ਡੰਗਰ ਹੋਵੇ ਨਾ ਕੋਈ ਬਾਹਰ, ਉਹ ਦੂਜੇ ਡੰਗਰਾਂ 'ਚ ਲੰਗਰ ਚਲਾ ਜਾਂਦਾ ਜ਼ਰੂਰ। ਅਵਾਰਾ ਸੂਰ ਹੋਵੇ, ਜੇ ਦੂਏ ਸੂਰ ਹੋਣ ਉਹਨਾਂ ਵਿੱਚ ਰਲ ਜਾਂਦਾ ਬਾਹਰ ਜੰਗਲ 'ਚ। ਘਰ ਵੀ ਆ ਜਾਂਦਾ ਪਰ ਬਾੜੇ 'ਚ ਨਹੀਂ ਵੜਦਾ। ਜੇ ਘਰ ਵੀ ਆ ਜਾਵੇ ਬਾੜੇ 'ਚ ਨਹੀਂ ਵੜਦਾ। ਐਵੇਂ ਮਨਮੁਖ ਦਾ ਮਨ ਬਾੜੇ 'ਚ ਨਹੀਂ ਵੜਦਾ ਹੈ। ਬੰਦਾ ਨਹੀਂ ਹੁੰਦਾ ਬਾੜੇ ਨੂੰ ਜਿੰਨੀ ਮਰਜ਼ੀ ਪੜੀ ਜਾਵੇ, ਪੜੀ ਜਿੰਨੀ ਮਰ ਜਾਵੇ, ਕਦੇ ਨਹੀਂ ਬੰਦਾ ਬਾੜੇ 'ਚ ਨਹੀਂ ਵੜਦਾ ਹੈ। ਉਹ ਬਾੜਾ ਦਾ ਬਾਉਂਡਰੀ ਉਹਨੂੰ ਪਤਾ, ਬਾੜਾ ਬੜੇ ਫਿੜਕੀ ਲੱਗ ਜਾਣੀ, ਤੂੰ ਕਾਬੂ। ਇਹ ਨਹੀਂ ਮੰਨਦੇ ਹੁੰਦੇ, ਇਹ ਅਵਾਰਾ ਨੇ। ਵਿਦਵਾਨਾਂ ਦਾ ਮਨ ਅਵਾਰਾ ਹੁੰਦਾ। ਇਹ ਤਾਂ ਗੁਰਮੁਖ ਦਾ ਮਨ। ਜਦੋਂ ਮਨ ਗੁਰਮੁਖ ਹੋ ਜਾਂਦਾ, ਜਦ ਬਾਣੀ ਜਾਂ ਬਣਦਾ ਤਾਂ ਗੁਰਮੁਖ ਹੈ, ਨਹੀਂ ਮੰਨਦਾ ਤਾਂ ਵਿਦਵਾਨ ਮਨਮੁਖ ਹੈ। ਨਾ ਮੰਨਣ ਵਾਲਾ ਜਿੰਨਾ ਮਰਜ਼ੀ ਪੜੇ ਮਨਮੁਖ ਹੈ। ਮਨਮੁਖ ਵਿਦਵਾਨ ਹੁੰਦਾ। ਮੰਨਣ ਲੱਗਿਆ ਹੀ
ਗੁਰਬਾਣੀ ਤੋਂ ਜਿਹੜਾ ਪੜਦਾ ਉਹ ਗੁਰਮੁਖ ਹੈ, ਜਿਹੜਾ ਗੁਰਬਾਣੀ ਨੂੰ ਪੜਦਾ ਵਿਦਵਾਨ ਮਨਮੁਖ। ਰਚੇ ਅੰਡਜੰ ਖੰਡ ਬ੍ਰਹਮੰਡ ਏਵੰ। ਇਸ ਤਰੀਕੇ ਨਾਲ ਰਚਨਾ ਕੀਤੀ ਅੰਡਜੰ ਖੰਡ ਬ੍ਰਹਮੰਡ ਪਾ ਕੇ, ਘਟ ਘਟ ਜੋਤ ਸਮੋਏ। ਸਮੋਏ, ਜੋਤ ਵੀ ਪਾਈ ਆ ਨਾ, ਸਾਰਿਆਂ ਦੇ ਵਿੱਚ ਜੋਤ ਵੀ ਪਾਈ ਹੈ, ਘਟ ਘਟ ਜੋਤ ਸਮੋਏ। ਦਿਸ਼ਾ ਵਿਦਿਸਾਏ ਜਿਮੀ ਆਸਮਾਨੰ। ਦਿਸ਼ਾ ਵਿਦਿਸਾ, ਦਿਸ਼ਾ ਵਿਦਿਸਾਏ ਜਿਮੀ ਆਸਮਾਨੰ। ਦਿਸ਼ਾ ਵਿਦਿਸਾ ਜਿਵੇਂ ਆਸਮਾਨ, ਉਲਟ ਦਿਸ਼ਾ ਔਰ ਸਿੱਧੀ ਦਿਸ਼ਾ। ਵਿਦਿਸਾ ਹੁੰਦੀ ਹੈ ਦੂਜੇ ਪਾਸੇ ਦੀ ਦਿਸ਼ਾ, ਉਲਟੀ ਸਿੱਧੀ ਦਿਸ਼ਾ। ਜ਼ਮੀਨ ਔਰ ਅਸਮਾਨ, ਜਿਹੜੇ ਤਾਂ ਜ਼ਮੀਨ ਨਾਲ ਜੁੜਦੇ ਨੇ ਉਹ ਤਾਂ ਮਨਮੁਖ ਨੇ, ਉਲਟੀ ਦਿਸ਼ਾ ਵਾਲੇ। ਜਿਹੜੇ ਅਸਮਾਨ ਨੂੰ ਨਾਲ ਜੁੜਦੇ ਨੇ, ਆਕਾਸ਼ ਨਾਲ ਜੁੜਦੇ ਨੇ, ਉਹ ਸਿੱਧੀ ਦਿਸ਼ਾ ਵਾਲੇ ਨੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੀਸ। ਕੀੜੇ ਤਾਂ ਜ਼ਮੀਨ ਤੇ ਚੱਲਣ ਵਾਲੇ ਹੁੰਦੇ ਨੇ, ਪੰਛੀ ਆਕਾਸ਼ ਵਾਲੇ ਹੁੰਦੇ ਨੇ। ਤਾਂ ਹੀ ਮਨ ਨੂੰ ਪੰਛੀ ਕਿਹਾ ਨਾ। ਜੋਤ ਦਾ ਸੰਬੰਧ ਆਕਾਸ਼ ਨਾਲ, ਜ਼ਮੀਨ ਨਾਲ ਸੰਬੰਧ ਨਹੀਂ ਹੈ ਜੋਤ ਦਾ। ਧਰਮ ਵੀ ਤੁਹਾਨੂੰ ਜ਼ਮੀਨ ਤੋਂ ਉੱਪਰ ਨੂੰ ਲੈ ਕੇ ਜਾਂਦਾ ਹੈ, ਸਰੀਰ ਤੋਂ ਉੱਪਰ ਉਠਾਉਣ ਦੀ ਗੱਲ ਕਰ ਰਿਹਾ ਧਰਮ ਪਹਿਲਾਂ, ਪਰ ਥੋੜੀ ਜਿਹੀ ਉੱਪਰ ਜਾ ਕੇ ਨਾ ਫਿਰ ਥੱਲੇ ਹੀ ਮੋੜ ਦਿੰਦੇ ਨੇ ਧਰਮ ਸਾਰੇ ਹੀ। ਗੱਲ ਤਾਂ ਨਿਰਾਕਾਰ ਦੀ ਕਰਦੇ ਨੇ, ਲਿਆ ਕੇ ਫਿਰ ਕਿਸੇ ਬੰਦੇ ਨਾਲ ਜੋੜ ਦਿੰਦੇ ਨੇ। ਇਸ ਕਰਕੇ ਕਬੀਰ ਕਹਿੰਦਾ ਜੇ ਡਾਲੀ ਭਗਤ ਨੂੰ ਜਿਹੜੀ ਵੀ ਮੱਤ ਮੈਂ ਫੜਦਾ, ਥੋੜੀ ਜਿਹੀ ਦੂਰ ਤਾਂ ਜਾਂਦੀ ਹੈ, ਨਿਰਾਕਾਰ ਦੀ ਗੱਲ ਕਰਦੀ ਹੈ, ਫਿਰ ਲਿਆ ਕੇ ਕਿਸੇ ਨਾ ਕਿਸੇ ਬੰਦੇ ਨਾਲ ਜੋੜ ਦਿੰਦੀ ਹੈ। ਉਹ ਮੱਤ ਉਹਨੇ ਬਣਾਉਣ ਵਾਲਾ ਬੰਦਾ ਜਿਹੜਾ ਹੁੰਦਾ ਉਸੇ ਨਾਲ ਜੋੜ ਦਿੰਦੀ ਹੈ, ਬਸ ਇਹੀ ਆ ਉਹ, ਇਹਨੂੰ ਮੰਨ ਲੈ ਹੁਣ ਤੂੰ। ਜੇ ਡਾਲੀ ਭਗਤ ਨੂੰ, ਜਿਹੜੇ ਟਾਹਣੀ ਦੇ ਮੈਂ ਪੈਰ ਧਰਦਾ ਦਰਖਤ ਦੀ, ਤੇ ਦਰਖਤ ਤਾਂ ਪਹਿਲਾਂ ਜ਼ਮੀਨ ਤੋਂ ਉੱਚਾ ਹੁੰਦਾ ਨਾ, ਜਾਂ ਟਾਹਣੀ ਪਤਲੀ ਆ ਜਾਂਦੀ ਹੈ ਫਿਰ ਥੱਲੇ ਨੂੰ ਆ ਜਾਂਦੀ ਹੈ ਬੋਝ ਨਾ। ਸਿਰਫ ਗੁਰਮਤਿ ਹੈ ਇੱਕ, ਜਾਂ ਟਾਹਣੀ ਦੇ ਪੈਰ ਤੈਨੂੰ ਥੱਲੇ ਨੂੰ ਆਉਣੇ, ਜਿੰਨਾ ਚਿਰ ਸਰੀਰ ਤੋਂ ਵੱਖ ਹੋ ਕੇ ਗੱਲ ਨਹੀਂ ਨਾ ਤੁਹਾਨੂੰ ਦੱਸਦਾ ਕੋਈ, ਸਰੀਰ ਤੋਂ ਵੱਖ ਕਰਕੇ ਨਹੀਂ ਸਮਝਾਉਂਦਾ। ਜਿਹੜੀ ਬਾਣੀ, ਜਿਹੜਾ ਉਪਦੇਸ਼ ਤੁਹਾਨੂੰ ਸਰੀਰ ਤੋਂ ਵੱਖਰਾ ਨਹੀਂ ਕਰਦਾ, ਉਹ ਮਾਇਆ ਨਾਲ ਜੋੜ ਕੇ ਰੱਖਦਾ ਧਰਤੀ ਨੂੰ। ਆਤਮਾ ਨੂੰ ਉਪਦੇਸ਼ ਦੇਣਾ, ਸਰੀਰ ਦਾ ਤੇ ਕੀ ਕੰਮ ਰਹਿ ਗਿਆ। ਸੁਰਤ ਔਰ ਸ਼ਬਦ ਦੀ ਗੱਲ ਹੈ, ਨਾ ਤਾਂ ਬੋਲਣ ਵਾਲੇ ਦਾ ਸਰੀਰ ਨਾ ਸੁਣਨ ਵਾਲੇ ਦਾ ਸਰੀਰ, ਦੋਹਾਂ ਦਾ ਹੀ ਰੌਲਾ ਨਹੀਂ। ਸੁਣਨ ਵਾਲੇ ਦੀ ਸੁਰਤ ਧਿਆਨ, ਬੋਲਣ ਵਾਲੇ ਦਾ ਉਪਦੇਸ਼ ਸ਼ਬਦ, ਦੋਹਾਂ ਦਾ ਮੇਲ ਹੈ, ਦੋਹਾਂ ਦੇ ਸਰੀਰ ਨਿਕਲ ਕੇ ਵਿੱਚੋਂ। ਬੋਲਣ ਵਾਲੇ ਦਾ ਸਰੀਰ ਵੀ ਗਾਇਬ, ਸੁਣਨ ਵਾਲੇ ਦਾ ਸਰੀਰ ਵੀ ਗਾਇਬ। ਇਹ ਉਹ ਉਪਦੇਸ਼ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ, ਫਿਰ ਤਰਦਾ ਭਵ ਸਾਗਰ। ਜਿਸ ਨੂੰ ਧਿਆਨ ਔਰ ਸ਼ਬਦ ਦਾ ਹੀ ਮੇਲ ਰਹੇ, ਸਰੀਰਾਂ ਦਾ ਮੇਲ ਹੀ ਨਾ ਹੋਵੇ, ਸਰੀਰ ਦਿਖੇ ਹੀ ਨਾ, ਉਹਨੂੰ ਉਹਦਾ ਨਾ ਦਿਖੇ, ਉਹਨੂੰ ਉਹਦਾ ਨਾ ਦਿਖੇ। ਬਖਤੇ ਦਾ ਸਰੀਰ ਸੁਣਨ ਵਾਲੇ ਨੂੰ ਦਿਖੇ, ਸੁਣਨ ਵਾਲੇ ਦਾ ਸਰੀਰ ਬਖਤੇ ਨੂੰ ਨਾ ਦਿਖੇ, ਦੋਏ ਗਾਇਬ ਹੋ ਜਾਣ, ਦੋਏ ਸਰੀਰ ਗਾਇਬ ਰਹਿਣ ਵਿੱਚੋਂ। ਉੱਥੇ ਜਾ ਕੇ ਮਤ ਹੈ, ਫੇਰ ਭਵ ਸਾਗਰ ਤਰਿਆ ਜਾਂਦਾ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਣ, ਵਿਖਿਆਨ ਹੋਵੇ ਨਾਮ ਦਾ ਔਰ ਸੁਰਤ ਔਰ ਸ਼ਬਦ ਦਾ ਮੇਲ ਹੋਵੇ, ਤਾਂ ਭਵ ਸਾਗਰ ਤਰਿਆ ਜਾਂਦਾ, ਵਰਨਾ ਨਹੀਂ ਤਰਿਆ ਜਾਂਦਾ। ਇਹ ਕੀਰਤਨ ਦਰਬਾਰਾਂ 'ਚ ਕੁਝ ਹੋ ਰਿਹਾ ਨਹੀਂ ਹੋ ਰਿਹਾ, ਕਥਾ ਬਾਜ ਕੇ ਕਰ ਰਹੇ ਨੇ ਨਹੀਂ ਕਰ ਰਹੇ, ਬਸ ਇਹੀ ਕਰਨਾ ਪਊ। ਇਹ ਤੇ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਇੱਥੋਂ ਘੱਟ ਨਹੀਂ ਹੋ ਸਕਦਾ। ਫਿਰ ਉਹੀ ਸੋਈ ਮੁੜ ਜਾਏ, ਫਿਰ ਧਰਤੀ ਨਾਲ ਲਾ ਕੇ ਮਾਇਆ ਨਾ ਫੇਰ ਜੋੜਤਾ ਲਿਆ ਕੇ। ਫਿਰ ਤਾਂ ਮਨੋਕਾਮਨਾ ਦੀ ਅਰਦਾਸ ਹੋਊ ਬਾਅਦ ਚ, ਅਖੀਰ ਜਦ ਅਰਦਾਸ ਹੁੰਦੀ ਹੈ ਮਨੋਕਾਮਨਾ ਦੀ, ਫਿਰ ਜੋੜਦੇ ਉੱਥੇ ਲਿਆ ਕੇ। ਆਹ ਕੁਛ ਹੈ। ਚਤੁਰਵੇਦ ਕਥਿਅੰ ਕੁਰਾਨੰ ਪੁਰਾਣੰ। ਚਤੁਰਵੇਦ ਕਥਿਅੰ, ਚਾਰੇ ਵੇਦ ਕਥਨ ਕੀਤੇ ਨੇ, ਕਿਹਦੇ ਵਾਸਤੇ?
ਜੀਵਾਤਮਾ ਵਾਸਤੇ ਗਿਆਨ ਦਿੱਤਾ ਚਾਰੇ ਵੇਦਾਂ ਤੋਂ ਦਿੱਤਾ ਆਤਮਾ ਨਹੀਂ ਹੈ ਚਾਰ ਇਹ ਤੇ ਹੀ ਦਵਾਇਆ ਹੈ ਇਹ ਤੇ ਹੀ ਰਚਾਏ ਨੇ ਚਾਰੇ ਵੇਦ ਆਦਮੀ ਨੇ ਕਥਨ ਕੀਤੇ ਨੇ ਸਰੀਰ ਧਾਰ ਕਰਕੇ ਕਥਨ ਕੀਤੇ ਨੇ ਚਤੁਰਵੇਦ ਕਥਿਅੰ ਕੁਰਾਨੰ ਪੁਰਾਣੰ ਕੁਰਾਨ ਔਰ ਪੁਰਾਣ ਵੀ ਵਿੱਚ ਹੈ ਉਹਨਾਂ ਦੇ ਚਾਰ ਕਿਸਮ ਦਾ ਗਿਆਨ ਹੈ ਘਟਿਆ ਉਦੋਂ ਵਧੀਆ ਉਦੋਂ ਵਧੀਆ ਉਦੋਂ ਵਧੀਆ ਤਿੰਨ ਸਟੈਪ ਤਾਂ ਮਾਇਆ ਦੇ ਵਿੱਚ ਨੇ ਨਾ ਪਵਿੱਤਰ 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 ਚੌਥਾ ਫਿਰ ਮਾਇਆ ਤੋਂ ਪਰੇ ਹੈ ਪਨੀਤ ਹੈ ਫਿਰ ਤਾਂ ਬਿਰਛ ਹੈ ਜਦ ਬਿਰਛ ਬਣ ਗਿਆ ਫਿਰ ਕਿਆ ਫਿਰ ਦੋ ਹੀ ਨਹੀਂ ਰਹੇ ਫਿਰ ਦੋ ਹੀ ਨਹੀਂ ਰਹੇ ਨਾ ਰਿਹਾ ਕ੍ਰਿਸ਼ਨ ਨਾ ਰਿਹਾ ਰਾਮ ਦੋ ਹੀ ਗਏ ਫਿਰ ਕਿਤੇ कृष्ण से कीट कोटे बनाए किते राम से मेट डारे राम भी मेटता फिर विरश ਵਿੱਚ राम भी समा गया कृष्ण भी समा गया दो इकट्ठे ही समा गए फिर दो ही नहीं रहते और डरे उपाय ਰਚੇ ਰਹਿਣ ਦਿਵਸੰ ਥਪੇ ਸੂਰ ਚੰਦੰ ਇਸੇ ਤਰੀਕੇ ਨਾਲ ਰਹਿਣ ਦੇ ਵਿਸਤ ਰਚੇ ਨੇ ਦਿਨ ਰਾਤ ਰਚੇ ਨੇ ਸੂਰਜ ਆ ਚੰਦਰਮਾ ਦੋ ਥਾਪੇ ਨੇ ਇਸ ਤਰੀਕੇ ਨਾਲੇ ਰਹਿਣ ਦੇ ਵਿੱਚ ਥਪੇ ਨੇ ਇਸ ਤਰੀਕੇ ਨਾਲ ਗਿਆਨਤਾ ਦੇ ਦੋ ਪੁਰ ਨੇ ਰਹਿਣਾ ਗਿਆਨਤਾ ਸੁਪਨਾ ਸੰਸਾਰ ਸੁਪਨਾ ਰਹਿਣਾ ਦਿਵਸੰ ਸੱਚਖੰਡ ਦੇ ਵਿੱਚ ਹੈ ਆ ਸੰਸਾਰ ਰਹਿਣਾ ਹੈ ਸੁਤਿਆ ਰਹਿਣ ਬਿਆਣੀ ਸੰਸਾਰ ਦਾ ਜੀਵਨ ਰਹਿਣ ਇਹ ਗਿਆਨਤਾ ਪੂਰੀ ਰੋਸ਼ਨੀ ਨਹੀਂ ਹੈ ਭਾਵੇਂ ਰੋਸ਼ਨੀ ਹੈ ਪਰ ਪੂਰੀ ਨਹੀਂ ਹੈ ਦਿਨ ਨਹੀਂ ਹੈ ਸੂਰਜ ਅੰਦਰ ਚੜੂਗਾ ਬਾਹਰ ਨਹੀਂ ਚੜਨਾ ਬਾਹਰ ਵਾਲਾ ਸੂਰਜ ਹੋਰ ਹੈ ਅੰਦਰ ਸੂਰਜ ਚੜੂਗਾ ਅੰਦਰ ਹਨੇਰਾ ਹੈ ਅੰਦਰ ਦਿਸੇ ਬਾਹਰ ਦਿਸੇ ਚੜਨਾ ਦਿਲ ਅੰਧਿਆਰੀ ਰਾਤ ਤਾਂ ਦਿਲ ਵਿੱਚ ਹੈ ਦਿਲ ਵਿੱਚ ਰਹਿਣਾ ਜਿੰਨਾ ਚਿਰ ਦਿਲ ਦੇ ਵਿੱਚ ਰਹਿਣਾ ਇਹ ਦਿਲ ਦੀ ਰਹਿਣ ਵੀ ਇੱਥੇ ਹੀ ਰਚੀ ਹੈ ਇਹ ਕਲਯੁਗ ਚ ਇੰਨਾ ਵਿਚਾਰਨਾ ਕਲਯੁਗ ਚ ਹੁੰਦਾ ਦੁਆਪਰ ਚ ਵੀ ਨਹੀਂ ਹੁੰਦਾ ਤ੍ਰੇਤੇ ਚ ਵੀ ਨਹੀਂ ਹੁੰਦਾ ਹੈ ਇਸ ਕਰਕੇ ਇੰਨੇ ਚਾਨਣੇ ਦੇ ਵਿੱਚ ਹੀ ਤਾਂ ਜੋ ਕਰੀਦਾ ਹਰ ਤਪ ਨਾਮ ਜਪੀਦਾ ਇਸੇ ਜਪੀਦਾ ਇਹ ਸੁੱਤਿਆਂ ਦੀ ਅਵਸਥਾ ਹੈ ਇਹ ਸੁੱਤਿਆਂ ਦੀ ਨਾ ਸੁੱਤਾ ਹੀ ਹੈ ਨਾ ਜਾਗਦਾ ਹੀ ਹੈ ਸੁਪਨੇ ਦੀ ਅਵਸਥਾ ਸੱਚ ਸੁੱਤਿਆਂ ਜਿਨ੍ਹਾਂ ਆਰਾਧਿਆ ਤਾਂ ਲਿਖਿਆ ਸੁਪਨੇ ਵਾਲਾ ਵੀ ਸੁੱਤਾ ਪਿਆ ਮੰਨਿਆ ਜਾਂਦਾ ਜਾਗਦਾ ਨਹੀਂ ਮੰਨਿਆ ਜਾਂਦਾ ਸੱਚ ਸੁੱਤਿਆਂ ਜਿਨ੍ਹਾਂ ਆਰਾਧਿਆ ਉੱਠਦਿਆਂ ਨਾਮ ਚਵਨ ਤੇ ਜਾਗਦੇ ਨੇ ਮੂੰਹ ਚ ਨਾਮ ਹੁੰਦਾ ਉਹਨਾਂ ਦੇ ਨਾਮ ਦੀ ਗੱਲ ਕਰਦੇ ਹੁੰਦੇ ਨੇ ਇੰਨਾ ਇਸੇ ਕਰਕੇ ਕਹਿਣਾ ਕਲਯੁਗ ਵਿੱਚ ਕੀਰਤਨ ਪ੍ਰਧਾਨ ਜਿੱਥੇ ਕਲਯੁਗ ਹੈ ਉੱਥੇ ਹੀ ਰਹਿਣ ਦੇ ਵਸੁੱਧਾ ਬਾਹਰਲਾ ਰਹਿਣ ਦੇ ਵਿੱਚ ਗੱਲ ਨਹੀਂ ਹੈ ਚੰਦ ਸੂਰਜ ਮਨ ਔਰ ਚਿੱਤ ਦੀ ਗੱਲ ਹੈ ਕਿਉਂਕਿ ਗੱਲ ਜਦੋਂ ਨਿਰਾਕਾਰ ਦੀ ਸਾਡੇ ਕੋਲ ਬ੍ਰਹਮ ਗਿਆਨ ਦੀ ਬਾਹਰਲਾ ਰਹਿਣ ਦੇ ਵਿੱਚ ਅਸੀਂ ਕੀ ਲੈਣਾ ਹੈ ਤਮਾਇਆ ਹੈ ਬਾਹਰਲਾ ਰਹਿਣ ਦੇ ਵਿੱਚ ਸਾਡਾ ਬਣਾਇਆ ਹੋਇਆ ਮੰਨਿਆ ਹੋਇਆ ਇਹਦੇ ਨਾਲੇ ਜਿਵੇਂ ਬਾਹਰ ਰਹਿਣ ਦੇ ਵਿੱਚ ਅਸੀਂ ਕਹਿੰਦੇ ਹਾਂ ਐ ਜੀ ਰਹਿਣ ਦੇ ਵਿੱਚ ਅੰਦਰ ਟੋਲਣੀ ਹੈ ਸਭ ਕੁਝ ਘਰ ਵਿੱਚ ਟੋਲਣਾ ਅਸੀਂ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਵਾਲੇ ਰਹਿਣ ਦੇ ਵਿੱਚ ਬਾਹਰ ਨੇ ਇਹ ਘਰ ਵਾਲੇ ਕਿਹੜੇ ਨੇ ਸਵਾਲ ਇਹ ਹੈ ਬਾਹਰ ਵਾਲੇ ਚੰਦ ਸੂਰਜ ਬਾਹਰ ਨੇ ਅੰਦਰ ਵਾਲੇ ਕਿਹੜੇ ਨੇ ਬਾਹਰ ਵੀ ਹੈਗੇ ਬ੍ਰਹਮ ਗਿਆਨ ਜਦ ਬਣੂ ਜਦ ਅੰਦਰ ਇਹਨੂੰ ਲਿਆਵਾਂਗੇ ਗੱਲ ਨੂੰ ਰਚੇ ਰਹਿਣ ਦਿਵਸੰ ਥਪੇ ਸੂਰ ਚੰਦਨ ਥਪੇ ਸੂਰ ਚੰਦਨ ਦੋਏ ਨੇ ਚੰਦ ਵੀ ਹੈ ਸੂਰਜ ਵੀ ਹੈ ਧਿਆਨ ਚੰਦਰਮਾ ਜਿਹਦਾ ਧਿਆਨ ਹੈ ਸੂਰਜ ਮਨ ਚੰਦਰਮਾ ਜਿਹਦਾ ਮਨ ਹੈ ਸੂਰਜ ਜਿਹਦਾ ਮਨ ਹੈ ਹੰਸ ਦਾ ਅੱਗੇ ਹੰਸ ਅਕੇਲਾ ਤੇ ਮਨ ਤਾਂ ਫਿਰ ਉਹਦਾ ਆਪਣੇ ਵਿੱਚੇ ਲੈ ਜਾਂਦਾ ਮਨ ਉਹਨਾਂ ਚਿਰ ਉਹਦਾ ਬਾਹਰ ਜਿੰਨਾ ਚਿਰ ਇਹਦੇ ਕੋਲ ਦਿਮਾਗ ਹੈ ਸਰੀਰ ਚ ਮਨ ਜੁੜਦਾ ਬਾਕੀ ਹੋਰ ਜੁੜਨਾ ਕਿੱਥੇ ਹੈ ਸਰੀਰ ਚ ਜੁੜਨਾ ਬਾਕੀ ਹੋਰ ਕਿੱਥੇ ਜੁੜਨਾ ਮਨ ਹਾਂਜੀ ਰਚੇ ਦੈਵ ਦਾਨੋ ਰਚੇ ਵੀਰ ਬਿੰਦਰੰ ਦੇਵਦਾਨੋ ਰਚੇ ਨੇ ਇਸ ਤਰੀਕੇ ਦੇਖੋ ਰਚੇ ਦੇਵਦਾਨੋ ਆ ਗਏ ਹੁਣ ਦੇਵਦਾਨੋ ਆਤਮਾ ਦੇ ਲੈਵਲ ਤੇ ਨੇ ਇਸ ਤਰੀਕੇ ਨਾਲ ਦੇਵਦਾਨੋ ਰਚੇ ਨੇ ਦੇਵਤੇ ਵੀ ਨੇ ਦਾਨੋ ਵੀ ਰਾਖਸ਼ ਵੀ ਨੇ ਵਿਰਤੀਆਂ ਅੱਡ ਨੇ ਰਚੇ ਵੀਰ ਬ੍ਰਿੰਦੰ ਵੀਰ ਬ੍ਰਿੰਦ
ਹੋਰ ਵੀ ਬਹੁਤ ਤਰ੍ਹਾਂ ਦੇ ਵੀਰ ਦੇਖੋ ਦੇਵ ਦਾਨੋ ਤਾਂ ਜਿਹੜੇ ਵੱਖਰੇ ਨੇ ਉਹ ਗਿਆਨਵਾਨ ਨੇ, ਉਹਨਾਂ ਦਾਨੋ ਨੇ ਨਾ ਦੇਵ ਨੇ। ਰਜੇ ਵੀਰ ਬ੍ਰਿੰਦਨ, ਉਹ ਤਾਂ ਵਿਰੋਧੀ ਕਰਦੇ ਨੇ ਹਰ ਵਕਤ ਆਪਣੇ ਗਿਆਨ ਚ। ਨਾ ਦੇਵਤੇ ਵਿਰੋਧੀ ਕਰਦੇ ਨੇ, ਦੇਵਤੇ ਕਰਦੇ ਨੇ ਸੰਸਾਰੀ ਧਨ ਚ ਵਿਰੋਧੀ। ਦੇਵਤੇ ਕਰਦੇ ਨੇ ਸੰਸਾਰੀ ਚੌਧਰ ਚ ਵਿਰੋਧੀ, ਇਹਦੇ ਵੱਲ ਜੁੜੇ ਹੋਏ ਨੇ, ਤੇ ਦਾਨੋ ਵੀ ਇਹਦੇ ਜੁੜੇ ਹੋਏ ਨੇ। ਉਹ ਜਿਹੜੇ ਕਰਦੇ ਨੇ ਵੀਰ ਬ੍ਰਿੰਦ ਨੇ, ਜਿਹੜੇ ਇਹ ਕਰਦੇ ਨੇ ਗਿਆਨ ਚ ਵਿਰੋਧੀ, ਇਹ ਦੂਏ ਧਨ ਚ ਵਿਰੋਧੀ ਕਰਦੇ ਨੇ। ਅੱਗੇ ਵਾਸਤੇ ਦਾ ਜ਼ਿਆਦਾ ਧਿਆਨ ਹੁੰਦਾ ਇਹਨਾਂ ਦਾ। ਵੀਰ ਇਹਨੂੰ ਤਾਂ ਕਿ ਸੂਰੇ ਹਾਂ, ਇਹ ਸੂਰਬੀਰ ਨੇ। ਹਾਂ, ਕਰੀ ਲੋਹ ਕਲਮੰ ਲਿਖਿਓ ਲੇਖ ਮਾਤਨ। ਜਿਨ੍ਹਾਂ ਨੂੰ ਅਸੀਂ ਕਹਿੰਦੇ ਤਾਂ ਭਗਤ ਆਦਮੀ ਨੇ, ਚੰਗੇ ਆਦਮੀ ਨੇ, ਵਧੀਆ ਆਦਮੀ ਨੇ। ਹਾਂ, ਲਿਖਿਓ ਲੇਖ। ਕਰੀ ਲੋਹ ਕਲਮੰ ਲਿਖਿਓ ਲੇਖ ਮਾਤਨ। ਉਹਨੇ ਆਪਣੀ ਲੋਹ ਕਲਮ ਕੀਤੀ ਹੋਈ ਹੈ। ਆਪਣਾ ਹੁਕਮ ਹੈ ਜਿਹੜਾ ਉਹਨੇ, ਇਹੀ ਦਾ ਲੋਹ ਕਲਮ ਉਹਦੀ। ਸਾਰਿਆਂ ਦੇ ਹੁਕਮ ਚੱਲਦਾ ਉਹਦਾ, ਇਹ ਲੋਹ ਕਲਮ ਹੀ ਚੱਲਦੀ ਹੈ। ਹੁਕਮ ਹੱਥ ਹੈ ਜਿਹੜਾ ਉਹਦਾ, ਇਹੀ ਲੋਹ ਕਲਮ। ਲਿਖਿਓ ਲੇਖ ਮਾਤਨ। ਕੋਈ ਲੇਖ ਨਹੀਂ ਲਿਖਦਾ ਮੱਥੇ ਤੇ। ਮੱਥਾ ਮਤਲਬ ਆ ਨਹੀਂ ਹੁੰਦਾ, ਮੱਥਾ ਹੁੰਦਾ ਫਰੰਟ। ਸਾਰਿਆਂ ਦੇ ਫਰੰਟ ਤੇ ਆਵਾਜ਼ ਦੇ ਰਿਹਾ ਵੀ ਇੱਧਰ ਨੂੰ ਆ ਜਾਓ, ਇੱਧਰ ਨੂੰ ਆ ਜਾਓ। ਅਗਵਾਈ ਕਰ ਰਿਹਾ ਸਾਰਿਆਂ ਦੀ, ਸਾਰਿਆਂ ਦੀ ਅਗਵਾਈ ਕਰ ਰਹੀ ਹੈ ਇਹ ਹੁਕਮ। ਅਗਵਾਈ ਦੇ ਰਿਹਾ ਸਾਰਿਆਂ ਨੂੰ ਵੀ ਚੱਲ ਆਓ ਮੇਰੇ ਪਿੱਛੇ ਪਿੱਛੇ, ਮੇਰੇ ਪਿੱਛੇ। ਆਪ ਆਗੂ ਹੈ, ਗਾਈਡੈਂਸ ਦੇ ਰਿਹਾ ਸਾਰਿਆਂ ਨੂੰ ਚੱਲਣ ਦੀ ਹੁਕਮ। ਸਭੇ ਜੇਰ ਕੀਨੇ ਬਲੀ ਕਾਲ ਹਾਥਨ। ਇਹ ਸਾਰੇ ਨੇ ਜਿਹੜੇ ਸਭੇ ਬਲੀ ਕਾਲ ਦੇ ਅਧੀਨ ਕਰਤੇ। ਬਲੀ ਕਾਲ ਕੀ ਹੈ? ਹੁਕਮ ਹੈ। ਆਖਰ ਇਹਨਾਂ ਨੇ ਜੇ ਤਾਂ ਜਿਹੜੇ ਤਾਂ ਹੁਕਮ ਦੇ ਵਿੱਚ ਚੱਲੇ, ਹੁਕਮ ਦੇ ਵਿੱਚ ਚੱਲਣਾ ਚਾਹੁੰਦੇ ਨੇ, ਉਹਦੀ ਰਜ਼ਾ ਰਹਿੰਦੇ ਨੇ ਖੁਸ਼ੀ ਖੁਸ਼ੀ, ਉਹ ਵੀ ਜੇਰੇ ਨੇ, ਜੇਰੇ ਰਹਿਣਗੇ ਉਹ ਵੀ। ਸਭੇ ਜੇਰ ਕੀਨੇ ਬਲੀ ਕਾਲ ਹਾਥਨ। ਬਲੀ ਕਾਲ ਦੇ ਸਾਰੇ ਹੀ ਅਧੀਨ ਨੇ। ਪਰ ਜਿਹੜੇ ਨਹੀਂ ਚੱਲਦੇ ਨਾ ਆਪਣੀ ਰੁਚੀ ਨਾਲ, ਆਪਣੀ ਖੁਸ਼ੀ ਨਾਲ, ਉਹਨਾਂ ਨੂੰ ਦੂਆ ਜਨਮ ਲੈਣਾ ਪੈਂਦਾ ਖੁਸ਼ੀ ਨਾਲ ਚੱਲਣ ਵਾਸਤੇ। ਹੁਕਮ ਚੱਲੋ, ਭਾਣੇ ਚੱਲੋ, ਮਿੱਠਾ ਕਰਕੇ ਮੰਨ ਕੇ ਚੱਲੋ। ਜਿੰਨਾ ਚਿਰ ਮਿੱਠਾ ਕਰਕੇ ਨਹੀਂ ਮੰਨਦਾ ਉਹਨਾਂ ਚਿਰ ਲਗਾਤਾਰ ਚੱਲਣਾ ਹੀ ਪੈਂਦਾ। ਚੱਕਰ ਹੈ ਫਿਰ। ਜਿਆਦਾ ਮਿੱਠਾ ਕਰਕੇ ਮੰਨਦਾ ਫਿਰ ਉਹਨੂੰ ਗਾਹਾਂ ਦੇ ਜਨਮ ਦੀ ਲੋੜ ਨਹੀਂ। ਫਿਰ ਉਹ ਭਾਣੇ ਹੁਕਮ 'ਚ ਸਮਾ ਜਾਂਦਾ। ਜਿਹੜਾ ਹੁਕਮ ਨੂੰ ਮਿੱਠਾ ਕਰਕੇ ਚੱਲਦਾ ਉਹ ਸਰੀਰ ਛੱਡ ਕੇ ਹੁਕਮ ਦੇ ਵਿੱਚ ਸਮਾ ਜਾਂਦਾ, ਹਾਕਮ ਧਿਰ ਦੇ ਵਿੱਚ ਚਲਾ ਜਾਂਦਾ। ਨਹੀਂ ਤਾਂ ਉਹਨਾਂ ਚਿਰ ਫਿਰ ਉਹ ਜਿਵੇਂ ਪਸ਼ੂਆਂ ਨੂੰ ਚੱਲਦੇ ਆ ਲੈ ਕੇ, ਪਸ਼ੂਆਂ ਨੂੰ ਹੱਕਿਆ ਤੁਰਿਆ ਜਾਂਦਾ, ਅਨਪਾਣੀ ਛਕਦਾ ਰਹਿੰਦਾ, ਆਪਣਾ ਜਮਦਾ ਮਰਦਾ ਰਹਿੰਦਾ, ਆਉਂਦਾ ਜਾਣਾ ਬਣਿਆ ਰਹਿੰਦਾ ਉਹਦਾ ਜਨਮ। ਜਿੰਨਾ ਚਿਰ ਪਹਾੜਿਆਂ ਨੂੰ ਮਿੱਠਾ ਕਰਕੇ ਮੰਨਦਾ ਨਹੀਂ ਨਾ, ਜੀਵਨ ਦੇ ਵਿੱਚ ਚੱਲਦਾ ਨਹੀਂ, ਉਹਨਾਂ ਚਿਰ ਬਣਿਆ ਨੇ। ਅਸਲ 'ਚ ਜਿੱਦਣ ਮਿੱਠਾ ਕਰਕੇ ਮੰਨ ਕੇ ਪਹਾੜਿਆਂ ਨੂੰ ਚੱਲ ਪਿਆ, ਬਸ ਫਿਰ ਜਨਮ ਕੱਟਿਆ ਜਾਊਗਾ। ਹੁਕਮ ਚੱਲਣ ਦੀ ਉਹ ਟ੍ਰੇਨਿੰਗ ਹੋ ਰਹੀ ਹੈ ਬਸ, ਹੋਰ ਕੁਝ ਨਹੀਂ ਹੈ। ਪਹਾੜੀ ਚੱਲਣ ਦੀ ਟ੍ਰੇਨਿੰਗ, ਹੋਰ ਕੁਝ ਨਹੀਂ। ਕਈ ਮੇਟ ਡਾਰੇ ਉਸਾਰੇ ਬਣਾਏ। ਕਿੰਨੇ ਤਾਂ ਮੇਟ ਡਾਰੇ, ਕਿੰਨੇ ਹੋਰ ਉਸਾਰੇ ਨੇ। ਦੇਖੋ ਨਾ, ਪੈਦਾ ਹੋ ਰਹੇ ਨੇ, ਉਸਰ ਰਹੇ ਨੇ। ਕੋਈ ਉਸਰੇ ਹੋਏ ਮੇਟ ਤੇ ਵੱਡੇ ਵੱਡੇ ਦਰਖਤ ਪੈਦਾ ਹੁੰਦੇ ਨੇ, ਡਿੱਗ ਪੈਂਦੇ ਨੇ। ਵੱਡੇ ਵੱਡੇ ਆਦਮੀ ਪੈਦਾ ਹੁੰਦੇ ਨੇ, ਮਰ ਜਾਂਦੇ ਨੇ। ਕਈ ਉਸਾਰ ਰਹੇ ਨੇ, ਵਧ ਰਹੇ ਨੇ ਦਰਖਤ, ਬੱਚੇ ਵਧ ਰਹੇ ਨੇ। ਕਈ ਬਣ ਰਹੇ ਨੇ ਜੋ ਪੇੜ 'ਚ ਉਸਾਰੇ ਬਣਾਏ। ਉਪਾਰੇ ਗੜੇ ਫਿਰ ਮੇਟੇ ਉਪਾਏ। ਕਈ ਉਪਾੜਤੇ, ਦਰਖਤ ਜੜਾਂ ਤੋਂ ਪੁੱਟਤੇ। ਆਤਮਾ ਜੁੜੀ ਹੋਈ ਪੁੱਟ ਦਿੱਤੀ। 60 ਕਠੋਰ ਜਿਹੜਾ ਲੱਗਿਆ ਨਾ, ਆਤਮਾ ਦਾ ਕਠੋਰ ਹੈ, ਉਹ ਪੁੱਟ ਦਿੱਤਾ ਅੰਦਰ। ਫਿਰ ਮੇਟੇ ਉਪਾਏ। ਫਿਰ ਬੇਟੇ ਉਪਾਏ, ਬੇੜ ਤੇ ਫਿਰ ਉਪਾ ਲੈ। ਜੀਵ ਪੈਦਾ ਹੋਈ ਜਾਂਦੇ ਨੇ, ਮਿੱਟੀ ਜਾਂਦੇ ਨੇ, ਪੈਦਾ ਹੋਈ ਜਾਂਦੇ ਨੇ, ਮਿੱਟੀ ਜਾਂਦੇ ਨੇ। ਜੰਮਣ ਮਨ 'ਚ ਪਏ ਹੋਏ ਨੇ। ਚੱਕਰ ਐਵੇਂ ਚੱਲਦਾ ਰਹਿੰਦਾ। ਇਹ ਚੱਕਰ ਚੱਲਦਾ ਹੀ ਰਹਿੰਦਾ। ਜੁਨੀਆਂ ਸਾਰਿਆਂ ਦਾ ਚੱਕਰ ਚੱਲਦਾ ਰਹਿੰਦਾ।
ਕਿਰਿਆ ਕਾਲ ਜੂਕੀ ਕਿਨੂੰ ਨਾ ਪਛਾਨੀ। ਇਹ ਜਿਹੜੀ ਕਾਲਜੂਗ ਦੀ ਕਿਰਿਆ ਨਾ, ਇਹ ਹੁਕਮ ਦੀ ਕਿਰਿਆ ਜਿਹੜੀ, ਇਹ ਨਹੀਂ ਕਿਸੇ ਨੂੰ ਪਛਾਣੀ। ਕੋਈ ਨਹੀਂ ਦੱਸ ਸਕਿਆ ਕਿਉਂ ਆਇਆ, ਆ ਕਿਉਂ ਹੁੰਦਾ, ਆ ਕਿਉਂ ਹੁੰਦਾ, ਅੱਗੇ ਕਿਉਂ ਚਲਿਆ ਗਿਆ, ਅੱਗੇ ਵਾਲਾ ਪਿੱਛੇ ਕਿਉਂ ਆ ਗਿਆ, ਜਿਹੜਾ ਡਿੱਪਿਆ ਥੱਲੇ ਦੜਿਆ ਗਿਆ। ਘਣਿਓ ਪੇ ਬਹਿ ਹੈ ਘਣਿਓ ਪੈ ਬਿਹਾਨੀ। ਕਣਿਓ ਪੇ ਵਹਾ ਹੈ, ਕਿੰਨਿਆਂ ਦੇ ਉੱਤੇ ਤਾਂ ਕਾਲਜੂਗ ਦੀ ਹੁਕਮ ਬਹਿ ਰਿਹਾ, ਚੱਲ ਰਿਹਾ। ਜਿਹੜੇ ਜਾ ਰਹੇ ਨੇ ਉਹਨਾਂ ਦੇ ਹੁਕਮ ਚੱਲੇ ਰਹੇ ਹਨ, ਕਈਆਂ ਤੇ ਚੱਲ ਚੁੱਕੇ। ਘਣਿਓ ਪੈ ਬਿਹਾਨੀ। ਤਲਵਾਰ ਕਈਆਂ ਤੇ ਬਹਿ ਚੁੱਕੀ ਹੈ ਹੁਕਮ ਦੀ, ਕਈਆਂ ਤੇ ਬਹਿ ਰਹੀ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਕ੍ਰਿਸ਼ਨ ਬਣ ਕੇ ਕੀੜੇ। ਉਹ ਕ੍ਰਿਸ਼ਨ ਕੌਣ ਹੈ? ਜਿਹੜਾ ਮਨ ਹੈ, ਕਾਲਾ ਮਨ ਹੈ ਨਾ, ਜਿੰਨਾ ਚਿਰ ਮਨ ਕਾਲਾ ਹੈ ਉਹਨਾਂ ਚਿਰ ਕ੍ਰਿਸ਼ਨ ਹੈ। ਜਿਹੜਾ ਅੰਦਰ ਬੈਠਾ ਉਹ ਰਾਮ ਹੈ, ਉਹਦਾ ਮਨ ਹੈ ਕ੍ਰਿਸ਼ਨ। ਕ੍ਰਿਸ਼ਨ ਤਾਂ ਬਣਾਤਾ ਕੀੜਾ ਹੈ, ਸਰੀਰ ਚ ਪਾਤਾ। ਜਿਹੜਾ ਇਹਦਾ ਸਰੀਰ ਚ ਹੈ ਉਹ ਤਾਂ ਕ੍ਰਿਸ਼ਨ ਹੈ, ਮਨ ਕਾਲਾ। ਅਸਲ ਚ ਕ੍ਰਿਸ਼ਨ ਔਰ ਰਾਮ ਦੋ ਹੈ ਹੀ ਨਹੀਂ। ਉਹ ਵੀ ਨਹੀਂ ਮੰਨਦੇ ਦੋ ਨੇ, ਪਰ ਉਹਨਾਂ ਨੂੰ ਐ ਨਹੀਂ ਪਤਾ ਇੱਕ ਕਿਵੇਂ ਬਣੀਏ। ਮਾਂ ਪਿਓ ਜੋ ਅੱਡ ਬਣਾਈ ਬੈਠੇ, ਸ਼ਹਿਰ ਜੋ ਅੱਡ ਬਣਾ ਲਏ ਦਫਾ। ਇਹ ਹੋ ਗਈ ਗੱਲ। ਨਾ ਉਹ ਅੱਡ ਸ਼ਹਿਰ ਬਣਾਉਂਦੇ, ਨਾ ਮਾਂ ਪਿਓ ਅੱਡ ਬਣਾਉਂਦੇ, ਨਾ ਇਹ ਗੱਲ ਬਣਦੀ। ਹੁਣ ਇਕੱਠੇ ਕਿਵੇਂ ਕਰਨੇ ਇਹਨਾਂ ਨੂੰ? ਉਹ ਕਹਿੰਦੇ ਨੇ ਦੋ ਇੱਕੋ ਨੇ ਜੀ, ਦੋ ਨਹੀਂ ਹਨ, ਇਹ ਇੱਕੋ ਨੇ। ਇਹ ਵੀ ਕਹਿੰਦੇ ਨੇ ਦੋਵੇਂ ਵਿਸ਼ਨੂੰ ਦਾ ਅਵਤਾਰ ਨੇ, ਇਹ ਵੀ ਕਹਿੰਦੇ ਨੇ। ਉਹ ਇੱਕ ਆਏ ਨੇ ਜਿਹੜਾ ਕ੍ਰਿਸ਼ਨ ਹੈ, ਉਹ ਮਨ ਕ੍ਰਿਸ਼ਨ ਹੈ, ਕਾਲਾ ਹੈ। ਉਹ ਇਹਦੇ ਧਾਰੀ ਹੁੰਦਾ, ਰਾਮ ਦਾ ਦੇਹਧਾਰੀ ਹੋਇਆ ਹੀ ਨਹੀਂ ਕਦੇ ਅੱਜ ਤੱਕ। ਰਾਮ ਨਹੀਂ ਦੇਹਧਾਰੀ ਹੁੰਦਾ। ਰਾਮ ਦਾ ਜਿਹੜਾ ਮਨ ਹੈ ਉਹੀ ਕਾਲਾ ਹੈ। ਉਹ ਜੇ ਖੋਟ ਹੈ ਥੋੜੀ ਜੀ, ਉਹ ਠੀਕ ਕਰਨੀ ਹੈ। ਖੋਟ ਠੀਕ ਕਰਨ ਵਾਸਤੇ ਇੱਥੇ ਆਇਆ ਹੈ ਤਾਂ ਰਾਮ। ਇਹ ਮਨ ਚ ਪੈ ਗਿਆ ਨੁਕਸ। ਨੁਕਸ ਠੀਕ ਵੀ ਤਾਂ ਹੋ ਸਕਦਾ, ਪਰ ਠੀਕ ਹੋਣੇ ਆਏ। ਬਿਮਾਰ ਕੋਈ ਰਾਸ਼ਟਰਪਤੀ ਕਿਹੜਾ ਨਹੀਂ ਬਿਮਾਰ ਹੋ ਸਕਦਾ? ਬਿਮਾਰ ਤਾਂ ਕੋਈ ਵੀ ਹੋ ਸਕਦਾ। ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਦੇ ਰਾਮ ਨੂੰ ਕੀਟ ਨਹੀਂ ਕਿਹਾ। ਰਾਮ ਦਾ ਸਰੀਰ ਨਹੀਂ ਹੈ, ਕੀਟ ਨਹੀਂ ਹੈਗਾ ਰਾਮ। ਮੇਟ ਡਾਰੇ ਉਪਾਏ। ਉਪਾਏ ਉਪਾਏ ਕਾਹਦਾ? ਮਾਨੋ ਇਹ ਜਿਸ ਵਕਤ ਇਹਨੂੰ ਗਰਭ ਦੇ ਵਿੱਚ ਸਰੀਰ ਮਿਲਿਆ ਨਾ, ਮਨਜ਼ੂਰੀ ਹੋਈ ਹੈ। ਪਹਿਲਾਂ ਰਾਮ ਕੀ ਸੀ? ਰਾਮ ਸੀਗਾ ਦੇਵਪੁਰੀ ਦੇ ਵਿੱਚ ਰਹਿੰਦਾ। ਉੱਥੇ ਕੀ ਕਰਦਾ ਸੀ? ਉੱਥੇ ਤਪ ਕਰਦਾ ਸੀ। ਦੇਵਪੁਰੀ ਤਪ ਕਰਦਾ ਸੀ। ਕਾਹਦੇ ਵਾਸਤੇ? ਮੈਨੂੰ ਸਰੀਰ ਮਿਲੇ, ਮਨੁੱਖਾ ਸਰੀਰ। ਜਿਸ ਦੇਹੀ ਕੋ ਸਿਮਰੇ ਦੇਵ। ਵੈਦ ਕੀ ਮੈਨੂੰ ਸਰੀਰ ਦੇ ਦੇ, ਫਿਰ ਮੈਂ ਆਂਡੇ ਚੋਂ ਬਾਹਰ ਨਿਕਲ ਜਾ, ਭਰਮ ਦੇ ਚੋਂ ਆਜ਼ਾਦ ਹੋ ਜਾ। ਉੱਥੇ ਸੁਪਨਾ ਸਭ ਕੁਛ ਹੈ, ਸੁਣਦਾ ਤਾਂ ਹੈ ਅੰਨਾ। ਹੁਣ ਅੰਨਾ ਆਦਮੀ ਹੋਵੇ ਸੰਸਾਰ ਦੇ ਵਿੱਚ, ਚਲੋ ਠੀਕ ਹੈ, ਪਰ ਉਹਨੂੰ ਇਹ ਹੁੰਦਾ ਵੀ ਮੈਨੂੰ ਨਹੀਂ ਪਤਾ ਰੰਗ ਕਹੇ ਜੇ ਨੇ, ਰੂਪ ਕਹੇ ਜੇ ਨੇ। ਇਹ ਹੈ ਕਿ ਉਹਦੀ ਇੱਛਾ ਹੁੰਦੀ ਹੈ ਮੈਂ ਸੰਸਾਰ ਨੂੰ ਦੇਖ। ਇਹਦੀ ਵੀ ਸੰਸਾਰ ਨੂੰ ਦੇਖਣ ਦੀ ਇੱਛਾ ਸੀ। ਦੇਵਪੁਰੀ ਚੱਲਣਾ ਸੀਗਾ, ਅੱਖਾਂ ਨਹੀਂ ਸੀ ਇਹਦੇ। ਅੱਖਾਂ ਨਹੀਂ ਹਨ ਉੱਥੇ। ਦੇਖੋ ਬਸ ਉਹ ਅੱਖਾਂ ਦਾ ਇਲਾਜ ਕਰਨ ਆਇਆ ਹੋਇਆ। ਉਹ ਅੱਖ ਨਹੀਂ ਖੁੱਲੀ ਹੋਈ ਹੈ, ਜਾਂ ਤਾਂ ਨਕਲੀ ਅੱਖਾਂ ਦਿੱਤੀਆਂ ਨੇ ਇਹਨੂੰ। ਐ ਨਕਲੀ ਅੱਖਾਂ ਦਿੱਤੀਆਂ ਨੇ। ਸੂਤਕ ਜਿਹੜਾ ਸੀ ਕੰਨ ਸੁਣਦੇ ਸੀ, ਉਹ ਦੁਆਪਰ ਚ ਤਾਂ ਸੁਣਦਾ ਸੀ ਦਫਾਉਣੇ ਨੂੰ। ਇਹਨੂੰ ਹੁਕਮ ਜੁੜਿਆ ਸੀ ਉਹਦੇ ਨਾਲ। ਜਪਦੀ ਸਾਰ ਸੂਤਕ ਲੱਗ ਗਿਆ। ਜਦ ਤ੍ਰਿਸ਼ਨਾ ਲੱਗੀ ਆ ਨਾ, ਤ੍ਰਿਸ਼ਨਾ ਨੇ ਸੂਤਕ ਲਾਤਾ। ਐਸਾ ਰਾਜਮਾਲ ਮਨ ਸ਼ੋਰ ਹੋਇਆ। ਉਹ ਸ਼ੋਰ ਜਿਹਦੀ ਗਿਆ ਕੰਨ, ਸ਼ੋਰ ਦੇ ਵਿੱਚ ਗਿਆ ਧਿਆਨ, ਉਹ ਕੰਨ ਦੂਏ ਪਾਸੇ ਸੁਣਦਾ ਹੀ ਨਹੀਂ। ਹੁਣ ਆ ਬਾਹਰਲੀ ਆਵਾਜ਼ ਸੁਣਨ ਲੱਗ ਗਿਆ, ਅੰਦਰਲੀ ਨਹੀਂ ਸੁਣਦਾ। ਸ਼ਰਵਣ ਜਿਹੜੇ ਨੇ ਨਾ, ਇਹ ਕੰਨ ਤਾਂ ਹੀ ਸੁਣਦੇ ਨੇ। ਹੁਣ ਬਾਹਰ ਆਪਣੇ ਆਪ ਡਾਇਰੈਕਟ ਨਹੀਂ ਸੁਣਦੇ। ਸ਼ਰਵਣ ਸੁਣਨ ਸ਼ਕਤੀ ਨੂੰ ਕਹਿੰਦੇ ਨੇ। ਸੁਣਨ ਸ਼ਕਤੀ ਹੈ ਜਿਹੜੀ, ਉਹਦੇ ਨਾਲ ਸ਼ਰਵਣ। ਜੀਵ ਆਤਮਾ ਕੋਈ ਜਿਹੜੀ ਸ਼ਕਤੀ ਹੈ, ਸੁਣਨ ਸ਼ਕਤੀ, ਉਹਦੇ ਨਾਲ ਸ਼ਰਵਣ। ਉਹ ਸ਼ਰਵਣ ਕੰਨ ਦੇ ਥਰੂ ਆਵਾਜ਼ ਸੁਣਦੇ ਨੇ। ਬਾਹਰਲੀ ਆਵਾਜ਼ ਸੁਣਨ ਵਾਸਤੇ ਉਹਨੂੰ ਕੰਨ ਚਾਹੀਦਾ।
ਅੰਦਰਲੀ ਆਵਾਜ਼ ਸੁਣਨ ਵਾਸਤੇ ਉਹਨੂੰ ਕੰਨ ਨਹੀਂ ਚਾਹੀਦਾ। ਉਹਦਾ ਜੁੜਦੇ ਕੰਨਾਂ ਨਾਲ ਰਹਿੰਦੇ ਨੇ। ਅੰਦਰ ਧਿਆਨ ਹੁੰਦਾ ਹੀ ਨਹੀਂ। ਧਿਆਨ ਅੰਦਰ ਰਹੇ ਤਾਂ ਅੰਦਰਲੀ ਆਵਾਜ਼ ਸੁਣੇ। ਇਸ ਕਰਕੇ ਬਿਨਾਂ ਕੰਨਾਂ ਤੇ ਸੁਣਨਾ, ਅੱਖਾਂ ਬਾਝੋਂ ਵੇਖਣਾ, ਬਿਨ ਕੰਨੀ ਸੁਣਨਾ। ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਹੁਕਮ ਨੂੰ ਬਿਨਾਂ ਕੰਨਾਂ ਤੇ ਸੁਣਿਆ ਜਾਂਦਾ। ਉਹ ਸੁਣਨਾ ਅੰਦਰੋਂ, ਇਹ ਸੁਣਦਾ ਬਾਹਰੋਂ। ਬਾਹਰੋਂ ਨਹੀਂ ਸੁਣਨਾ। ਬਾਹਰੋਂ ਤਾਂ ਇਹਨਾਂ ਕੰਨਾਂ ਨਾਲ ਸੁਣਿਆ ਜਾਂਦਾ ਜੋ ਕੋ ਸੁਣਿਆ ਜਾਂਦਾ। ਜੋਗੀ ਵੀ ਬਾਹਰੋਂ ਸੁਣਦੇ ਨੇ, ਇਹ ਆਕਾਸ਼ਬਾਣੀ ਵੀ ਬਾਹਰੋਂ ਸੁਣਦੇ ਨੇ। ਸਾਰੇ ਬਾਹਰੋਂ ਸੁਣਨ ਵਾਲੀ ਕੋਈ ਗੱਲ ਨਹੀਂ। ਉਹ ਜਿਹਨੂੰ ਸੁਣਨਾ ਹੈ ਉਹ ਬੈਠਾ ਅੰਦਰ ਹੈ। ਜਿਹਦੀ ਗੱਲ ਸੁਣਨੀ ਉਹ ਤਾਂ ਅੰਦਰ ਬੈਠਾ। ਬਾਹਰ ਕੌਣ ਹੈ? ਬਾਹਰੋਂ ਕੀ ਸੁਣਨਾ? ਸਾਡੇ ਸਾਰੇ ਮੰਨਦੇ ਵੀ ਅੰਦਰ ਹੈ। ਉਹ ਬੰਦਾ ਤਾਂ ਅੰਦਰ ਬੈਠਾ, ਜਿਹਦੀ ਆਵਾਜ਼ ਬਹੁਤ ਹੌਲੀ ਹੈ, ਨਿਕਲਦੀ ਨਹੀਂ। ਧਿਆਨ ਤੁਹਾਡਾ ਬਾਹਰ ਹੈ, ਉਹਦੀ ਆਵਾਜ਼ ਸੁਣਨੀ ਕਿਵੇਂ? ਬਸ ਆਹ ਗੱਲ ਹੈ। ਤਾਂ ਕਿਹਾ ਕੰਨਾਂ ਨੂੰ ਫੇਰ ਸਰਵਣੋਂ ਮੇਰਿਓ ਸੱਚੇ ਸੁਣਨੇ ਨੂੰ ਪਠਾਏ। ਉਹ ਤੂੰ ਤਾਂ ਸੱਚਾ ਜਿਹੜਾ ਅੰਦਰਲਾ ਉਹਦੇ ਸੁਣਨ ਨੂੰ ਲਾਏ ਸੀਗੇ। ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਤੁਸੀਂ ਉਹਦੀ ਅੰਦਰਲੀ ਸੱਤ ਬਾਣੀ ਸੁਣੋ, ਬਾਹਰ ਨਾ ਸੁਣੋ ਕੁਛ। ਬਸ ਇਹਨਾਂ ਦੀ ਆਦਤ ਬਦਲੀ ਹੈ, ਸਿਰਫ ਕੰਨਾਂ ਦੀ ਅੰਦਰ ਸੁਣੋ, ਬਾਹਰ ਨਾ ਸੁਣੋ। ਜੇ ਬਾਹਰੋਂ ਕੋ ਸੁਣਨਾ ਤਾਂ ਸੱਤ ਬਾਣੀ ਆਹੀ ਸੁਣੋ, ਗੁਰਬਾਣੀ ਸੁਣੋ। ਫਿਰ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਫਿਰ ਇਹ ਗਾਵੋ ਜਾਂ ਇਹ ਸੁਣੋ, ਇਹ ਸੱਤ ਇਹ ਸੁਣੋ, ਜਾਂ ਫਿਰ ਅੰਦਰਲੀ ਆਵਾਜ਼ ਸੁਣੋ। ਹੋਰ ਕੁਛ ਨਹੀਂ ਸੁਣਨਾ। ਸਿੱਖਾਂ ਨੂੰ ਹੋਰ ਸਭ ਸੁਣਨ ਤੇ ਮਨਾ। ਉਹ ਨਹੀਂ ਕੋ ਸੁਣ ਸਕਦਾ। ਗੁਰਬਾਣੀ ਸੁਣ ਸਕਦਾ ਜਾਂ ਅੰਤਰਾਤਮਾ ਦੀ ਆਵਾਜ਼ ਸੁਣ ਸਕਦਾ। ਬਾਕੀ ਕਿਸੇ ਸੁਣਨ ਦੀ ਲੋੜ ਨਹੀਂ ਹੈ। ਮਹਾਦੀਨ ਕੇਤੇ ਪ੍ਰਿਥੀ ਮਾਝ ਹੋਏ। ਮਹਾਦੀਨ ਕਹਤੇ ਪ੍ਰਿਥੀ ਮਾਝ ਹੋਏ। ਕਿੰਨੇ ਮਹਾਦੀਨ? ਮਹਾਦੀਨ ਮੁਹੰਮਦ ਸਾਹਿਬ। ਪ੍ਰਿਥੀ ਤੇ ਕੋਈ ਮਹਾਦੀਨ ਹੋਏ ਨੇ? ਕਿੰਨੇ ਹੋਏ ਨੇ? ਔਲੀਏ ਪ੍ਰਿਥੀ ਮਾਝ ਹੋਏ। समय अपने अपने, समय अपनी अपनी अंत मुए। अपनी अपनी अंत मुए। अंत अपने अपने समय सारे शरीर छड़ गए। जेते औलिया अंबिया होए बीते, तिते ओ काल जीता ना ते काल जीते। जिते औलिया अंबिया होए बीते, जिन्हें औलिया औलिया एक तो औलिया होता है, एक औलिया अंबिया होता है। ਔਲੀਆ ਅੰਬੀਆ ਉਹਨੂੰ ਕਹਿੰਦੇ ਨੇ ਜਿਹੜਾ ਕੱਚਾ ਹੋਵੇ, ਜੋ ਕੱਚੀ ਅੰਬੀ, ਕੱਚੇ ਅੰਬ ਨੂੰ ਕਹਿੰਦੇ ਨੇ। ਅੰਬੀ ਕੱਚੇ ਅੰਬ ਨੂੰ ਕਹਿੰਦੇ ਨੇ। ਔਲੀਆ ਅੰਬੀਆ ਜਿਹੜਾ ਹੈਗਾ ਉਹ ਜੋ ਕੱਚਾ ਹੈ, ਉਹਦੀ ਗੱਲ ਕੱਚੀ ਹੈ, ਪੱਕੀ ਨਹੀਂ ਹੈ। ਉਹ ਰਾਸ ਨਹੀਂ ਹੈ ਉਹਦੇ ਚ, ਮਿਠਾਸ ਨਹੀਂ ਹੈ ਉਹਦੇ ਵਿੱਚ। ਇਹ ਔਲੀਆ ਅੰਬੀਆ ਨੇ। ਔਲੀਆ ਨਹੀਂ ਹਨ, ਕਹਿੰਦੇ ਨੇ ਔਲੀਆ ਹੈ, ਔਲੀਆ ਅੰਬੀਆ ਹੋਏ ਬੀਤੇ। ਉਹ ਚੁੱਕੇ ਨੇ ਜਿੱਦੇ ਉਹਨਾਂ ਦੀ ਬਾਣੀ ਲਿਖੀ ਹੋਈ ਹੈ ਨਾ, ਉਹਦੇ ਵਿੱਚ ਅੰਬੀ ਵਾਲੀ ਗੱਲ ਹੈ ਨਹੀਂ ਨਾ, ਉਹ ਰਸ ਹੈ ਨਹੀਂ ਨਾ ਪੱਕੇ ਵਾਲਾ। ਹਾਂ ਤੇ ਉਹ ਕਾਲ ਜੀਤਾ ਨਾ ਤੇ ਕਾਲ ਜੀਤੇ। ਉਹਨਾਂ ਨੂੰ ਵੀ ਕਾਲ ਨੇ ਜਿੱਤ ਲਿਆ, ਕਾਲ ਨੂੰ ਨਹੀਂ ਜਿੱਤ ਸਕੇ। ਉਹ ਕਾਲ ਨੂੰ ਜਿੱਤਣ ਦੀ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਕਿਤੇ। ਕਾਲ ਨੂੰ ਜਿੱਤਣ ਦਾ ਕੋਈ ਉਹਨਾਂ ਦਾ ਪ੍ਰੋਗਰਾਮ ਵੀ ਨਹੀਂ ਸੀ। ਇਸ ਕਰਕੇ ਅੰਬੀਆ ਸੀ ਉਹ। ਕਾਲ ਨੂੰ ਜਿੱਤਣ ਦੀ ਤਾਂ ਉਹਨਾਂ ਨੇ ਅਜੇ ਸੁਪਨਾ ਵੀ ਨਹੀਂ ਲਿਆ ਸੀ। ਖਿਆਲ ਹੀ ਨਹੀਂ ਪ੍ਰਗਟ ਹੋਇਆ ਉਹਨਾਂ ਦੇ ਅੰਦਰ। ਕਾਲ ਨੂੰ ਜਿੱਤਣ ਦਾ ਖਿਆਲ ਹੀ ਨਹੀਂ ਪ੍ਰਗਟ ਹੋਇਆ। ਜਿਹਦੇ ਖਿਆਲ ਪ੍ਰਗਟ ਹੋਊ, ਬਾਅਦ ਦੇ ਵਿੱਚ ਜਿੱਤੇ ਨਾ ਜਿੱਤੇ ਉਹ ਤਾਂ ਬਾਅਦ ਦੀ ਗੱਲ ਹੈ। ਕੋਸ਼ਿਸ਼ ਤਾਂ ਕਰੇ ਕਾਲ ਜਿੱਤਣ ਦੀ, ਉੱਤੇ ਦਾ ਖਿਆਲ ਵੀ ਨਹੀਂ ਇਸ ਗੱਲ ਦਾ ਕਾਲ ਜਿੱਤਣ ਦਾ। ਜਿਤੇ राम से कृष्ण होए बिशन आए, तिते ओ काल खाप्यो ना ते काल काए। ਜਿਤੇ ਰਾਮ ਸੇ ਕ੍ਰਿਸ਼ਨ, ਦੇਖੋ ਰਾਮ ਸੇ ਕ੍ਰਿਸ਼ਨ ਸੇ ਨਹੀਂ ਹੈ, ਵਿਚਾਲੇ ਸੇ ਨਹੀਂ ਲੱਗਿਆ ਹੋਇਆ। हाँ, जिते राम से कृष्ण होए आए बिशन होए आए। ਵਿਚਾਲੇ ਜੇ ਦੋ ਹੁੰਦੇ, ਵਿਚਾਲੇ ਸੇ ਲੱਗਣੀ ਸੀ ਇੱਥੇ। हाँ, जिते राम से कृष्ण से है लगता। ਨਾ ਜਿਤੇ ਰਾਮ ਸੇ ਕ੍ਰਿਸ਼ਨ ਸੇ ਹੋਤਾ ਹੈ ਲੱਗਦਾ ਨਾ। ਔਰ ਸੇ ਦੀ ਇੱਥੇ ਲੋੜ ਹੈ, ਤਾਂ ਵੀ ਲਾਈ। ਸੇ ਦੀ ਲੋੜ ਹੈ, ਭੁੱਖ ਹੈ ਸੇ ਦੀ। ਕਪਤਾ ਦੇ ਲਿਹਾਜ਼ ਨਾਲ ਸੇ ਦੀ ਭੁੱਖ ਹੈ ਇੱਥੇ, ਲੇਕਿਨ ਲਾਈ ਨਹੀਂ। ਕਪਤਾ 'ਚ ਬੋਰਡ ਪਾ ਲਿਆ ਪਰ ਸੇ ਨਹੀਂ ਵਿੱਚ ਲਾਈ, ਕਿਉਂਕਿ ਦੋਏ ਹੈ ਉਹ ਇੱਕ। ਜਿਤੇ ਰਾਮ ਸੇ ਕ੍ਰਿਸ਼ਨ,
ਇੱਕੋ ਹੋ ਗਿਆ ਨਾ, ਫਿਰ ਦੋ ਤਾਂ ਹੋਏ ਨਾ। ਰਾਮ ਵਰਗੇ ਕ੍ਰਿਸ਼ਨ ਹੋ ਤਾਂ ਆਏ, ਉਹਦੇ ਆਏ ਨੇ। ਹੋਏ ਵਿਸ਼ਨ ਆਏ, ਵਿਸ਼ਨੂੰ ਦਾ ਅਵਤਾਰ ਹੋਏ, ਵਿਸ਼ਨ ਆਏ, ਵਿਸ਼ਨੂੰ ਦਾ ਅਵਤਾਰ ਹੋਏ ਨੇ, ਜਿਹਨਾਂ ਨੂੰ ਇਹ ਕਹਿੰਦੇ ਨੇ। ਤੇ ਉਹ ਕਾਲ ਖਾਪਿਓ ਨਾ ਤੇ ਕਾਲ ਕਾਏ, ਤੇ ਉਹ ਕਾਲ ਖਾਪਿਆ ਨਾ ਤੇ ਕਾਲ ਕਾਏ, ਉਹਨਾਂ ਨੂੰ ਵੀ ਕਾਲ ਨੇ ਖਪਾਤਾ। ਕਾਲ ਦੇ ਨਹੀਂ ਕੋਈ ਉਹ, ਕਾਲ ਨਾਲ ਜਫਾ ਨਹੀਂ ਲਾ ਸਕੇ, ਕਾਲ ਨੂੰ ਦੋ ਪੈਰ ਪਿੱਛੇ ਨਹੀਂ ਹਟਾ ਸਕੇ, ਕਾਲ ਨਾਲ ਉਹਨਾਂ ਨੇ ਜੰਗ ਯੁੱਧ ਕੀਤਾ ਹੀ ਨਹੀਂ। ਦੇਖੋ ਰਾਵਣ ਦਾ ਕਾਲ ਨਾਲ ਜੰਗ ਦਿਖਾਇਆ, ਰਾਵਣ ਦਾ ਕਾਲ ਬੰਨਿਆ ਹੋਇਆ ਸੀ, ਪਰ ਰਾਮਚੰਦਰ ਦਾ ਦਿਖਾਇਆ ਨਹੀਂ ਹੋਇਆ। ਇਹਦਾ ਮਤਲਬ ਰਾਵਣ ਜਿਹੜਾ ਸੀ, ਵੇਦ ਦਾ ਗਿਆਤਾ ਰਾਵਣ ਸੀ। ਜਿਹੜੇ ਗੁਰਮਤਿ ਦੇ ਧਾਰਨੀ ਨੇ ਕਾਲ ਨਾਲ, ਉਹਨਾਂ ਦਾ ਪੰਜਾ ਪੈਂਦਾ ਹੈ, ਬਾਕੀਆਂ ਦਾ ਨਹੀਂ ਪੈਂਦਾ ਹੈ। ਰਾਵਣ ਨੇ ਕਿਉਂ ਕਾਲ ਬਾਬੇ ਨੂੰ ਬੰਨਿਆ ਹੋਇਆ ਸੀ? ਚਾਰ ਵੇਦ ਦਾ ਗਿਆਤਾ ਸੀ। ਜਿਹੜੀ ਵੇਦ ਬਾਣੀ ਹੈ, ਗੁਰਬਾਣੀ ਹੈ, ਇਹ ਕਾਲ ਨਾਲ ਮੁਕਾਬਲਾ ਕਰਨ ਵਾਲੀ ਚੀਜ਼ ਹੈ। ਇਹ ਕਾਲ ਪੁਰਖ ਦਾ ਮਰਦਾ ਮਾਨ, ਇਹ ਕਾਲ ਪੁਰਖ ਦਾ ਮਾਨ ਵਰਦਨ ਕਰਨ ਵਾਲੀ ਹੈ। ਇਹ ਉਹ ਲੜਾਈ ਸਿਖਾਉਂਦੀ ਹੈ, ਉਹੀ ਲੜਾਈ ਲੜ ਰਹੀ ਹੈ ਦੁਰਗਾ ਚੰਡੀ। ਹੋਰ ਲੜਾਈ ਕਾਹਦੀ ਲੜ ਰਹੀ ਹੈ? ਇਹੀ ਤਾਂ ਲੜਾਈ ਹੈ ਜ਼ਿੰਦਗੀ ਦੀ, ਕਾਲ ਤੇ ਫਤਿਹ ਪਾਉਣੀ, ਮੌਤ ਤੇ ਫਤਿਹ ਪਾਉਣੀ। ਐਸੀ ਮਰਨੀ, ਜੇ ਮਰੇ ਬਹੁਤ ਨਾ ਮਰਨਾ ਹੋਏ, ਇਸ ਤਰੀਕੇ ਨਾਲ ਮਰ ਜਾਣਾ, ਮਰਨ ਹੋਵੇ ਹੀ ਨਾ ਦੁਬਾਰਾ। ਇਸ ਤਰੀਕੇ ਨਾਲ ਮਰ ਜਾਣਾ ਕਿ ਮਰਨ ਨਾ ਹੋਵੇ। ਵਿਦਵਾਨਾਂ ਨੂੰ ਲੱਗਦਾ ਗੁਰਬਾਣੀ ਜੀਵਨ ਜਾਂਚ ਹੈ, ਲੱਗਣਾ ਹੀ ਸੀ ਇਹਨਾਂ ਨੂੰ, ਕਿਉਂ ਜਿਉਣਾ ਹੀ ਚਾਹੁੰਦੇ ਨੇ ਵਿਚਾਰੇ। ਇਹ ਮਰਨਾ ਚਾਹੁੰਦੇ ਨਹੀਂ ਨਾ, ਮਰਨਾ ਕਬੂਲ ਨਹੀਂ ਨਾ ਕਰਦੇ। ਸ਼ਰਤ ਹੈ ਪਹਿਲਾਂ ਮਰਨ ਕਬੂਲ। ਇਹ ਸਿੱਖੀ ਦੇ ਵਿਹੜੇ ਤਾਂ ਨਹੀਂ ਵੜਦੇ ਨਾ, ਸ਼ਰਤ ਇਹ ਹੈ ਮਰਨ ਕਬੂਲ। ਜਿਹੜਾ ਵਿਹੜੇ 'ਚ ਵੜ ਗਿਆ ਫਿੜਕੀ ਦੇ ਅੰਦਰ, ਫਿਰ ਤਾਂ ਉਹਨਾਂ ਨੇ ਮਰਨ ਕਬੂਲ ਹੈ। ਇਹ ਤਾਂ ਨਹੀਂ ਵੜਦੇ ਵਿਦਵਾਨ। ਇਹ ਪ੍ਰਚਾਰ ਦੇ ਵੀ ਉੱਡ ਰਹੇ, ਜੀਵਨ ਜਾਂਚ ਹੈ, ਜੀਵਨ ਜਾਂਚ ਕਾਹਨੂੰ ਹੈ? ਤਾਂ ਮਰਨ ਜਾਂਚ ਹੈ। ਗੁਰਬਾਣੀ ਮਰਨ ਜਾਂਚ ਹੈ, ਜੀਵਨ ਜਾਂਚ ਬਿਲਕੁਲ ਨਹੀਂ। ਮੂਰਖ ਨੇ ਜਿਹੜੇ ਜੀਵਨ ਜਾਂਚ ਇਹਨੂੰ ਮੰਨਦੇ ਨੇ। ਮਰਤਾ ਮਰਤਾ ਜਗਮੂਆ, ਮਰ ਪੀਣਾ ਜਾਣਿਆ ਕੋਏ। ਸੰਸਾਰ ਮਰੀ ਜਾਂਦਾ ਹੈ ਜਦਾਂ ਪੈਦਾ ਹੋਇਆ, ਪਰ ਮਰਨਾ ਕੀ ਹੈ ਜਾਣੇ ਹੀ ਨਹੀਂ ਕਿਸੇ ਨੇ। ਮਰਨਾ ਨਹੀਂ ਅਸੀਂ ਜਾਣਦੇ ਕੀ ਹੁੰਦਾ, ਜਾਣਨਾ ਮਰਨਾ। ਤੇ ਮਰਨ ਦੀ ਜਾਂਚ ਹੈ ਕਿ ਜੀਵਨ ਦੀ ਜਾਂਚ ਹੈ? ਜੀਵਨ ਤਾਂ ਆਪੇ ਚੱਲੀ ਜਾਂਦਾ, ਜਿਉਂਦਾ ਤਾਂ ਹੈ ਉਹ, ਜਾਂਚ ਕਾਹਦੀ ਹੈ? ਜਾਂਚ ਤਾਂ ਹੋਵੇ, ਜਾਂਚ ਉਹ ਚੀਜ਼ ਦੀ ਜਿਹੜੀ ਸਾਡੇ ਕੋਲ ਨਾ ਹੋਵੇ। ਡਰਾਈਵਰੀ ਜਾਣਦਾ ਨਹੀਂ ਜਾਣ ਸਿੱਖੂਗਾ, ਡਾਕਟਰੀ ਜਾਣਦਾ ਨਹੀਂ ਜਾਣ ਸਿੱਖੂਗਾ। ਜੀਵਨ ਤਾਂ ਜੀ ਰਿਹਾ, ਜਾਂਚ ਦੀ ਕਾਹਦੀ ਹੈ? ਜੀ ਰਿਹਾ, ਜਾਨਵਰ ਵੀ ਜੀ ਰਹੇ ਨੇ, ਸਾਰੇ ਜੀ ਰਹੇ ਨੇ, ਇਹਦੀ ਕਾਹਦੀ ਜਾਂਚ ਹੈ? ਸਾਹ ਆਉਂਦਾ, ਸਾਹ ਤੁਸੀਂ ਲੈਂਦੇ ਹੋ, ਸਾਹ ਲੈਣ ਦੀ ਜਾਂਚ ਸਿੱਖ ਲਓ, ਫਿਰ ਕਿਵੇਂ ਲੈਣਾ? ਫਿਰ ਮਰਦਾ ਹੀ ਨਹੀਂ। ਫਿਰ ਤਾਂ ਤੁਸੀਂ ਸਾਹ ਲੈਣ ਦੀ ਜਾਂਚ ਸਿੱਖੋ। ਕਿੱਡੇ ਬੇਅਕਲ ਨੇ, ਕਿੱਡੇ ਮੂਰਖ ਨੇ। ਨਾਲੇ ਅਕਲਦਾਰ ਵਿਦਵਾਨ ਦਾ ਤਾਂ ਮੇਲ ਨਹੀਂ ਹੈ, ਇਹਨਾਂ ਦਾ ਕੀ ਕੰਮ? ਪੰਡਤ ਤਾਂ ਅਕਲ ਦੋਏ ਵੈਰੀ ਨੇ, ਕਹਿੰਦੇ ਤਾਂ ਸਿੱਖਾਂ ਨੂੰ ਨੇ ਪੰਡਤ ਰਹੇ ਨੇ, ਪਰ ਸਿੱਖ ਹੁਣ ਦੱਸ ਦੇਣਗੇ ਵੀ ਅਕਲ ਪੰਡਤ ਕੋ ਹੁੰਦੀ ਹੈ ਕਿ ਸਿੱਖ ਕੋ ਹੁੰਦੀ ਹੈ। ਸਿੱਖੀ ਨਿਰਾਈ ਅਕਲ ਦਾ ਘਰ ਹੈ, ਖਜ਼ਾਨਾ। ਸਿੱਖੀ ਤਾਂ ਨਾ ਅਕਲ ਦਾ ਘਰ ਦਾ, ਪਰ ਜੇ ਸਿੱਖ ਸਿੱਖੀ ਹੋ ਛੱਡ ਦੇਣ ਫਿਰ ਕੀ ਹੈ? ਹੋਏ ਪੰਡਤ ਦੇ ਚੇਲੇ ਜਾਣ, ਫਿਰ ਤੇ ਇਹੀ ਕਹੂ ਉਹ ਪੰਡਤ ਵੀ ਅਕਲ ਦਾ ਦੁਸ਼ਮਣ ਨੇ। ਉਹ ਤਾਂ ਕਹਿੰਦਾ ਇਹਨਾਂ ਨੇ ਸਿੱਖੀ ਛੱਡਤੀ। ਜਿਹਨਾਂ ਕੋਲ ਸਿੱਖੀ ਦੱਸ ਦੇਣਗੇ ਹੁਣ ਉਹਨਾਂ ਨੂੰ ਵੀ ਅਕਲ ਕੀ ਹੁੰਦੀ ਹੈ। ਇਹ ਜੀਵਨ ਜਾਂਚ ਨਹੀਂ, ਮਰਨ ਜਾਂਚ ਹੈ। ਐਸੀ ਮਰਨ ਕਿਆ ਜਾਣਾ ਕਬ ਮਰੇਂਗੇ। ਦੇਖੋ ਫਿਰ ਕੈਸਾ ਮਰਨਾ ਹੋਏ, ਕੈਸਾ ਮਰਨਾ ਹੋਏ ਸਿੱਖਣਾ, ਪਤਾ ਹੀ ਨਹੀਂ ਕੈਸਾ ਮਰਨਾ ਹੁੰਦਾ। ਇਹ ਮਰਨ ਜਾਂਚ ਹੈ। ਪਹਿਲਾਂ ਮਰਨ ਕਬੂਲੂਗਾ ਤਾਂ ਮਰਨ ਜਾਂਚ ਹੈ। ਫਿਰ ਕਬੀਰ ਕਹਿੰਦਾ ਜਾਂ ਮਰਨਾ ਕਬੂਲ ਲਿਆ, ਮਨ ਮੰਨ ਗਿਆ। ਫਿਰ ਪੁੱਛਦਾ ਅਬ ਕੈਸੇ ਮਰੂ, ਫਿਰ ਮਰਨ ਜਾਂਚ ਵਾਲੀ ਗੱਲ ਆ ਗਈ। ਅਬ ਕੈਸੇ ਮਰੂ, ਮਰਨ ਮਨ ਮੰਨਿਆ, ਮੇਰਾ ਮਨ ਮਰਨ ਨੂੰ ਮੰਨਿਆ, ਹੁਣ ਮੈਂ ਕਿਵੇਂ ਮਰਾਂ? ਅੱਗੋਂ ਜਵਾਬ ਆਇਆ ਮਰ ਗਏ ਜਿਨ ਰਾਮ ਨੇ ਜਾਣਿਆ।
ਤੈਂ ਮਰਨਾ ਸਿੱਖ ਲਿਆ, ਹੁਣ ਤੂੰ ਮਰਦਾ ਹੀ ਨਹੀਂ। ਮਰਦਾ ਤਾਂ ਉਹ ਹੁੰਦਾ ਜਿਹਨੇ ਰਾਮ ਨਹੀਂ ਜਾਣਿਆ। ਤੈਂ ਰਾਮ ਜਾਣ ਲਿਆ, ਤੈਨੂੰ ਕੌਣ ਮਾਰ ਦੂ? ਮਰੇ ਤੇ ਬਿਨਾਂ ਰਾਮ ਨਹੀਂ ਜਾਣਿਆ ਜਾਂਦਾ। ਮਰੇ ਤੇ ਬਿਨਾਂ, ਮਨ ਮਾਰੇ ਤੇ ਬਿਨਾਂ ਰਾਮ ਨਹੀਂ ਜਾਣਿਆ ਜਾਂਦਾ। ਜਿਹਨੇ ਰਾਮ ਜਾਣ ਲਿਆ ਮਰਦਾ ਨਹੀਂ ਹੁੰਦਾ। ਮਨ ਮਾਰੇ ਤੇ ਬਿਨਾਂ ਰਾਮ ਨਹੀਂ ਜਾਣਿਆ ਜਾਂਦਾ। ਮਨ ਮਾਰੇ ਤੇ ਬਿਨਾਂ ਪੜਿਆ ਨਹੀਂ ਜਾਂਦਾ। ਮਨ ਮਾਰੇ ਤੇ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਮਨ ਮਾਰੇ ਤੇ ਬਿਨਾਂ ਬੈਠਿਆ ਨਹੀਂ ਜਾਂਦਾ। ਮਨ ਮਾਰੇ ਤੇ ਬਿਨਾਂ ਕੰਮ ਨਹੀਂ ਹੁੰਦਾ। ਮਨ ਮਾਰੇ ਤੇ ਬਿਨਾਂ ਦੁਕਾਨ ਨਹੀਂ ਹੁੰਦੀ। ਮਨ ਮਾਰੇ ਤੇ ਬਿਨਾਂ ਤਾਂ ਕੋਈ ਕੁਝ ਵੀ ਨਹੀਂ ਹੁੰਦਾ। ਮਨ ਨੂੰ ਵਸ ਚ ਕਰਨਾ, ਮਨ ਮਾਰਨਾ ਮਤਲਬ ਮਨ ਵਸ ਚ ਕਰਨਾ, ਮਨ ਨੂੰ ਕੰਟਰੋਲ ਚ ਕਰਨਾ। ਆਊਟ ਆਫ ਕੰਟਰੋਲ ਹੈ ਮਨ। ਇਹਨੂੰ ਕੰਟਰੋਲ ਚ ਕਰਨਾ, ਇਹਦਾ ਮਾਰਨਾ। ਇਹਦਾ ਅਵਾਰਾਗਿਰਦੀ ਵਾਲਾ ਸੁਭਾਅ ਮਾਰਨਾ। ਮਰ ਮਰ ਗਏ ਜਿਨ ਰਾਮ ਨੇ ਜਾਣਿਆ। ਜਿਹਨੇ ਰਾਮ ਜਾਣ ਲਿਆ, ਰਾਮ ਦਾ ਨਾਮ ਜਾਣ ਲਿਆ, ਉਹ ਮਰਦਾ ਹੀ ਨਹੀਂ ਹੁੰਦਾ। ਇਸ ਕਰਕੇ ਮਰਨਾ ਹੀ ਜਾਣਨਾ। ਇਹ ਮਰਨ ਜਾਂਚ ਹੈ, ਜੀਵਨ ਜਾਂਚ ਨਹੀਂ ਹੈ। ਸੱਚ ਜੀਵਨ ਦੀ ਤਾਂ ਪ੍ਰਾਪਤੀ ਹੋਣੀ ਹੈ ਫਿਰ ਬਾਅਦ ਚ। ਸੱਚ ਜੀਵਨ ਵਾਸਤੇ ਮਰਨ ਦੀ ਜਾਂਚ ਸਿੱਖਣੀ ਹੈ। ਇਹ ਕਹਿ ਸਕਦਾ ਸੱਚ ਜੀਵਨ ਦੀ ਪ੍ਰਾਪਤੀ ਵਾਸਤੇ ਮਰਨ ਦੀ ਜਾਂਚ ਹੈ ਸਿੱਖਣੀ। ਮਰਨ ਦੀ ਜਾਂਚ ਕਾਹਦੇ ਵਾਸਤੇ? ਸੱਚ ਜੀਵਨ ਦੀ ਪ੍ਰਾਪਤੀ ਵਾਸਤੇ। ਠੀਕ ਜਵਾਬ ਇਹਦਾ ਇਹ ਹੈ। तिथे वो काल खापे न ते काल काए, जिते राम से कृष्ण होए विष्णु आए। ਜਿੱਤੇ ਰਾਮ ਸੇ ਕ੍ਰਿਸ਼ਨ ਹੋਏ ਬਿਸ਼ਨ ਆਏ, ਤਿੱਥੇ ਕਾਲ ਖਾਪਿਓ ਤੇ ਕਾਲ ਕਾਏ। ਉਹਨਾਂ ਨੂੰ ਕਾਲ ਨੇ ਖਪਾਤਾ। ਕਾਲ ਦੇ ਇੱਕ ਵੀ ਜ਼ਖਮ ਨਹੀਂ ਕਰ ਸਕੇ ਉਹ।